ਤੁਸੀਂ ਦੇਖ ਰਹੇ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਜਸਵਿੰਦਰ ਸਿੰਘ ਬਿੱਟਾ। ਪੰਜਾਬ ਦੇ ਵਿੱਚ ਹਾਇਰ ਐਜੂਕੇਸ਼ਨ ਦੀ ਜਦੋਂ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਅਨਏਡਡ ਜਿਹੜੇ ਕਾਲਜ ਨੇ ਉਹਨਾਂ ਦੇ ਵਿੱਚ ਅਯੋਗ ਪ੍ਰਿੰਸੀਪਲਾਂ ਦੀ ਗੱਲ ਔਰ ਐਸੋਸੀਏਟ ਪ੍ਰੋਫੈਸਰ ਹੈ ਉਹਨਾਂ ਦੇ ਨਾਲ ਮੈਨੇਜਮੈਂਟ ਵੱਲੋਂ ਕੀਤੀਆਂ ਜਾਣ ਵਾਲੀਆਂ ਵਧੀਕੀਆਂ ਤੇ ਸਿੱਖਿਆ ਦੇ ਪੱਧਰ ਨੂੰ ਲੈ ਕੇ ਮੈਨੇਜਮੈਂਟ ਦੀਆਂ ਜਿਹੜੀਆਂ ਵਧੀਕੀਆਂ ਨੇ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਐਸੋਸੀਏਸ਼ਨ ਆਫ ਅਨਏਡਡ ਕਾਲਜ ਟੀਚਰ ਐਸੋਸੀਏਸ਼ਨ ਉਹਨਾਂ ਦੇ ਬੁਲਾਰੇ ਨੇ ਤਰਨ ਕਈ ਲੰਬੇ ਸਮੇਂ ਤੋਂ ਆਵਾਜ਼ ਚੁੱਕ ਰਹੇ ਨੇ, ਹੱਕਾਂ ਦੀ ਗੱਲ ਕਰਦੇ ਨੇ, ਐਜੂਕੇਸ਼ਨ ਦੀ ਗੱਲ ਕਰਦੇ ਨੇ, ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦੇ ਹੈ ਔਰ ਪੰਜਾਬ ਦੇ ਰਾਜਪਾਲ ਨੂੰ ਵੀ ਉਹ ਕਹਿੰਦੇ ਨੇ ਕਿ ਤੁਸੀਂ ਵੀ ਇਸ ਵੱਲ ਧਿਆਨ ਦਿਓ। ਜਦੋਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਇੰਸਟੀਚਿਊਟ ਜਿਹੜੇ ਬੰਦ ਹੋਣ ਦੇ ਕਗਾਰ 'ਤੇ ਨੇ ਔਰ 10+2 ਤੋਂ ਬਾਅਦ ਬੱਚੇ ਵਿਦੇਸ਼ ਵੱਲ ਉਡਾਰੀ ਕਿਉਂ ਮਾਰ ਰਹੇ ਨੇ, ਹਾਲਾਂਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਸਾਰੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਮੈਨੇਜਮੈਂਟ ਵੱਲੋਂ ਕੁਝ ਉਣਤਾਈਆਂ, ਕੁਝ ਕਮੀਆਂ ਜਿਨ੍ਹਾਂ ਦੇ ਉੱਤੇ ਡੂੰਘੀ ਸੱਟ ਮਾਰਦੇ ਨੇ। ਪ੍ਰੋਫੈਸਰ ਤਰਨ ਕਈ ਅੱਜ ਤਰਨ ਕਈ ਸਾਡੇ ਨਾਲ ਨੇ। ਸੋ ਕਈ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਤੁਹਾਡਾ, ਵੈਲਕਮ ਜੀ ਆਇਆਂ ਨੂੰ। ਪ੍ਰਾਈਮ ਏਸ਼ੀਆ ਦੇ ਸਾਰੇ ਦਰਸ਼ਕਾਂ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਕਈ ਸਾਹਿਬ, ਮੈਂ ਬੜੇ ਲੰਬੇ ਸਮੇਂ ਤੋਂ ਤੁਹਾਨੂੰ ਦੇਖ ਰਿਹਾ ਜੀ, ਬੜੇ ਤੁਸੀਂ ਸੰਘਰਸ਼ੀ ਲੋਕ, ਖਾਸ ਤੌਰ ਤੇ ਅਨਏਡਡ ਕਾਲਜ ਐਸੋਸੀਏਸ਼ਨ ਜਿਹੜੀ ਹੈ ਜੀ, ਤੁਹਾਡੇ ਟੀਚਰਸ ਐਸੋਸੀਏਸ਼ਨ ਦੀ ਗੱਲ ਕਰੀਏ, ਲੈਕਚਰਰ ਦੀ ਗੱਲ ਕਰੀਏ ਜੀ, ਮੌਜੂਦਾ ਸੀਨ ਕੀ ਹੈਗਾ ਹਾਇਰ ਐਜੂਕੇਸ਼ਨ ਦਾ, ਕਿਵੇਂ ਦੇਖਦੇ ਹੋ? ਪਿੰਡਾਂ ਵਾਲੇ ਕਿੰਨੇ ਕੁ ਬੱਚੇ ਹਾਇਰ ਐਜੂਕੇਸ਼ਨ ਤੱਕ ਪਹੁੰਚ ਰਹੇ ਨੇ, ਜਿਹੜਾ ਅੰਕੜਾ ਦਿਨੋਂ ਦਿਨ ਘਟਦਾ ਜਾ ਰਿਹਾ? ਜੀ ਸਰ, ਜਿੱਥੇ ਤੱਕ ਆਪਾਂ ਪੰਜਾਬ ਦੀ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਇਹਨੂੰ ਅਸੀਂ ਦੋ ਹਿੱਸਿਆਂ 'ਚ ਵੰਡ ਲਈਏ, ਸਕੂਲ ਐਜੂਕੇਸ਼ਨ ਤੇ ਹਾਇਰ ਐਜੂਕੇਸ਼ਨ। ਸਕੂਲ ਐਜੂਕੇਸ਼ਨ ਦੇ ਵਿੱਚ ਪਿੱਛੇ ਜੀ ਜਿਹੜੀ ਪ੍ਰੈਜ਼ੈਂਟ ਸਰਕਾਰ ਹੈ, ਜਿਹੜੀ ਹੈਲਥ ਔਰ ਐਜੂਕੇਸ਼ਨ ਦੇ ਮੁੱਦਿਆਂ ਤੇ 92 ਸੀਟਾਂ ਲੈ ਕੇ ਆਈ ਹੈ, ਉਸ ਸਰਕਾਰ ਨੇ ਪਹਿਲਾ ਆਪਣਾ ਸਕੂਲ ਆਫ ਐਮੀਨੈਂਸ ਜਿਹੜਾ ਅੰਮ੍ਰਿਤਸਰ ਦੇ ਵਿੱਚ ਖੋਲ੍ਹਿਆ। ਇਹਨਾਂ ਦੇ ਜਿਹੜੇ ਨੈਸ਼ਨਲ ਲੀਡਰ ਨੇ ਕੇਜਰੀਵਾਲ ਜੀ, ਉਹ ਵੀ ਉੱਥੇ ਆਏ ਸੀਗੇ, ਲੇਕਿਨ ਉਸ ਸਕੂਲ ਆਫ ਐਮੀਨੈਂਸ ਦੀ ਜਿਹੜੀ ਹਵਾ ਕੱਢ ਦਿੱਤੀ ਉਹ ਇਹਨਾਂ ਦੇ ਆਪਣੇ ਹੀ MLA ਅੰਮ੍ਰਿਤਸਰ ਤੋਂ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਜੀ ਨੇ ਕੱਢੀ। ਔਰ ਮੈਨੂੰ ਲੱਗਦਾ ਵੀ ਜਿਹੜਾ ਉਹਨਾਂ ਦਾ ਟਵੀਟ ਸੀ ਉਸ ਤੋਂ ਬਾਅਦ ਸਾਡੇ ਵਰਗੇ ਬੰਦਿਆਂ ਲਈ ਕਹਿਣ ਲਈ ਕੁਝ ਬਚਦਾ ਨਹੀਂ। ਸੋ ਇੱਥੋਂ ਪਤਾ ਲੱਗਦਾ ਵੀ ਇਹ ਸਰਕਾਰ ਜਿਹੜੀ ਹੈ ਉਹ ਕਰਨਾ ਕੀ ਚਾਹੁੰਦੀ ਹੈ, ਜੋ ਲੋਕਾਂ ਨੂੰ ਦਿਖਾ ਰਹੀ ਹੈ ਤੇ ਜੋ ਇਹ ਅਸਲ ਦੇ ਵਿੱਚ ਕਰ ਰਹੀ ਹੈ। ਉਹਨਾਂ ਦੇ ਆਪਣੇ MLA ਹੀ ਕਹਿ ਰਹੇ ਨੇ। ਸਕੂਲ ਐਜੂਕੇਸ਼ਨ ਨੂੰ ਜੇ ਹੁਣ ਆਪਾਂ ਛੱਡ ਦਈਏ, ਕਿਉਂਕਿ ਉਹ ਤਾਂ ਜੋ ਕੁਝ ਕਹਿਣਾ ਸੀ ਉਹਨਾਂ ਨੇ ਕਹਿ ਦਿੱਤਾ ਤੇ ਉਹਨਾਂ ਨੇ ਬਹੁਤ ਕੁਝ ਦਿਖਾ ਦਿੱਤਾ ਵੀ ਕੀ ਹੋਇਆ ਪਿਛਲੇ 1.5 ਸਾਲ ਦੇ ਵਿੱਚ। ਜੇ ਹਾਇਰ ਐਜੂਕੇਸ਼ਨ ਦੀ ਗੱਲ ਕਰ ਲਈਏ ਤਾਂ ਪਹਿਲਾਂ ਇਹਨਾਂ ਦੇ ਮੰਤਰੀ ਬਣੇ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ, ਉਸ ਤੋਂ ਬਾਅਦ ਇਹਨਾਂ ਦੇ ਸੈਕੰਡ ਮੰਤਰੀ ਜਿਹੜੇ ਹੁਣ ਹਾਇਰ ਐਜੂਕੇਸ਼ਨ ਦੇ ਨੇ ਉਹ ਹੈਗੇ ਨੇ ਸਰਦਾਰ ਹਰਜੋਤ ਬੈਂਸਲ ਜੀ। ਦੋਹਾਂ ਮਿਨਿਸਟਰਸ ਦੇ ਨਾਲ ਸਾਡੀ ਜਥੇਬੰਦੀ ਦੀਆਂ 2 ਮੁਲਾਕਾਤਾਂ ਹੋਈਆਂ ਨੇ। ਸਰਦਾਰ ਗੁਰਮੀਤ ਸਿੰਘ ਮੀਥੇਰ ਉਹਨਾਂ ਨੇ ਜਦੋਂ ਅਸੀਂ ਕੁਝ ਸ਼ਿਕਾਇਤਾਂ ਕੀਤੀਆਂ, ਅਸੀਂ ਕੁਝ ਦੱਸਿਆ ਵੀ ਹਾਇਰ ਐਜੂਕੇਸ਼ਨ 'ਚ ਇੰਪਰੂਵਮੈਂਟ ਦੀ ਲੋੜ ਹੈ ਜੀ, ਤਾਂ ਉਹਨਾਂ ਨੇ ਕੁਝ ਕਮੇਟੀਆਂ ਬਣਾਈਆਂ ਸਰਕਾਰ ਦੀਆਂ, ਜਿਨ੍ਹਾਂ ਨੂੰ ਸਮਾਬੱਧ ਕੀਤਾ ਵੀ ਇਹ ਕਮੇਟੀਆਂ ਦੀਆਂ ਰਿਪੋਰਟਾਂ ਆਉਣੀਆਂ ਚਾਹੀਦੀਆਂ। ਬਿਲਕੁਲ। ਮੈਂ ਤੁਹਾਡੇ ਦਰਸ਼ਕਾਂ ਨਾਲ ਸਾਂਝਾ ਕਰਾਂ ਕਿ ਜਦੋਂ ਇਹ ਸਰਕਾਰ ਆਈ ਸੀ ਤਾਂ ਸਾਨੂੰ ਵਾਕਈ ਲੱਗਦਾ ਸੀ ਇਹ ਬਦਲਾਅ ਦੀ ਸਰਕਾਰ ਹੈ। ਔਰ ਜਦੋਂ ਪਹਿਲੀ ਵਾਰੀ ਸਰਦਾਰ ਗੁਰਮੀਤ ਸਿੰਘ ਮੀਥੇਰ ਉਹਨਾਂ ਦਾ ਮੈਨੂੰ ਫੋਨ ਆਇਆ ਇੱਕ ਮੰਤਰੀ ਦਾ ਕਿ ਪ੍ਰੋਫੈਸਰ ਕਈ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਤੇ ਤੁਸੀਂ ਚੰਡੀਗੜ੍ਹ ਮੇਰੀ ਕੋਠੀ 'ਚ ਆ ਜਾਓ। ਉਦੋਂ ਸਰਕਾਰ ਨਵੀਂ ਬਣੀ, ਸਰਕਾਰ ਹਜੇ ਮੇਰਾ ਖਿਆਲ ਹੈ 1-1.25 ਮਹੀਨਾ ਹੀ ਹੋਇਆ ਸੀ ਇਹਨਾਂ ਨੂੰ ਬਣੇ ਨੂੰ। ਮੈਂ ਚੰਡੀਗੜ੍ਹ ਇਹਨਾਂ ਨੂੰ ਮਿਲਿਆ ਤੇ ਇਹਨਾਂ ਨੇ ਮੈਨੂੰ 1-to-1 ਮੀਟਿੰਗ ਮੇਰੇ ਨਾਲ ਕੀਤੀ। 1 ਘੰਟਾ ਮੈਨੂੰ ਦਿੱਤਾ ਇੱਕ ਮੰਤਰੀ ਨੇ ਇੱਕ ਪੰਜਾਬ ਦੇ ਆਮ ਬੰਦੇ ਨੂੰ। ਇਹ ਬਹੁਤ ਵੱਡੀ ਗੱਲ ਸੀ ਮੇਰੇ ਲਈ। ਮੈਂ ਬੜੀ ਜਗ੍ਹਾ ਇਹ ਗੱਲ ਕੀਤੀ ਕਿ ਬਈ ਬਦਲਾਅ ਨਜ਼ਰ ਆ ਰਿਹਾ ਕਿ ਇੱਕ ਮੰਤਰੀ ਫੋਨ ਕਰਦਾ ਕਿ ਮਿਲਣਾ ਚਾਹੁੰਦੇ ਆ, ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਪਤਾ ਲੱਗਿਆ ਤੁਸੀਂ ਕਾਫੀ ਇਸ ਖੇਤਰ 'ਚ ਕੰਮ ਕਰ ਰਹੇ ਹੋ, ਤਾਂ ਕੀ ਤੁਸੀਂ ਕੋਈ ਸੁਧਾਰ ਦੀ ਗੱਲ, ਕੋਈ ਇੰਪਰੂਵਮੈਂਟ? ਤਾਂ ਉਹਨਾਂ ਨੂੰ ਇੱਕ 90 ਪੇਜ ਦੀ ਅਸੀਂ ਫਾਈਲ ਦਿੱਤੀ ਵੀ ਪੰਜਾਬ ਦੇ ਕਾਲਜਾਂ ਦੇ ਵਿੱਚ ਆਹ ਗੜਬੜੀਆਂ ਨੇ, ਇਹਨਾਂ ਦੇ ਵਿੱਚ ਸੁਧਾਰਾਂ ਦੀ ਲੋੜ ਹੈਗੀ ਹੈ। ਔਰ ਬੜੇ ਸਾਫ਼ ਤੌਰ ਤੇ ਮੈਂ ਉਦੋਂ ਵੀ ਉਹਨਾਂ ਨੂੰ ਕਿਹਾ ਸੀ ਵੀ ਇੱਕ ਵੱਡਾ ਨੈਕਸਸ ਹੈ, ਉਹਦੇ ਵਿੱਚ ਤੁਹਾਡਾ ਜਿਹੜਾ DPI ਮਹਿਕਮਾ ਹੈ ਪਹਿਲੇ ਨੰਬਰ ਤੇ ਸਰਕਾਰ, ਦੂਜੇ ਨੰਬਰ ਤੇ ਜਿਹੜੀਆਂ ਹੈਗੀਆਂ ਨੇ ਯੂਨੀਵਰਸਿਟੀਜ਼, ਇਹਨਾਂ ਦੇ ਵਾਈਸ ਚਾਂਸਲਰ ਔਰ ਜਿਹੜਾ ਥੱਲੇ ਦਾ ਅਮਲਾ ਫੈਲਾ, ਔਰ ਤੀਸਰੀਆਂ ਜਿਹੜੀਆਂ ਹੈਗੀਆਂ ਨੇ ਉਹ ਮੈਨੇਜਮੈਂਟ ਆ। ਮੈਂ ਇੱਕ ਮਿੰਟ ਕਈ ਸਾਹਿਬ, ਜਿਹੜਾ 90 ਪੇਜ ਦਾ ਡੋਜ਼ੀਅਰ ਤੁਸੀਂ ਦਿੱਤਾ ਜੀ ਸਰ, ਉਹਦੇ 'ਚ ਵੀ ਤੁਸੀਂ 90 ਮਹੀਨੇ ਤਾਂ ਲਾਏ ਹੀ ਹੋਣਗੇ, ਜਿਹੜਾ 1 ਘੰਟੇ ਦੇ ਵਿੱਚ ਤੁਸੀਂ ਉਹ ਮੰਤਰੀ ਨੂੰ ਦੇ ਦਿੱਤਾ ਜੀ। ਬਹੁਤ ਕੰਮ ਕੀਤਾ ਸੀਗਾ ਕਿ ਕਾਲਜਾਂ ਨੇ ਕਿਸ ਤਰੀਕੇ ਦੇ ਨਾਲ ਆਪਣੀਆਂ ਪ੍ਰਾਪਰਟੀਆਂ ਇਕੱਠੀਆਂ ਕੀਤੀਆਂ ਹੋਈਆਂ ਨੇ, ਕਰੋੜਾਂ ਰੁਪਏ ਦੀਆਂ FDs ਬਣਾਈਆਂ ਹੋਈਆਂ ਨੇ। ਮੈਂ ਕਹਿੰਦਾ ਵੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ, ਫੀਸਾਂ ਆਉਂਦੀਆਂ ਬੱਚਿਆਂ ਦੇ ਬਣਾਓ, ਲੇਕਿਨ ਤੁਸੀਂ ਇਹਨਾਂ ਨੂੰ ਇਹ ਪ੍ਰਾਪਰਟੀ ਡੀਲਰਸ ਦੇ ਅੱਡੇ ਨਾ ਬਣਾ ਲਓ।
ਅਸੀਂ ਉਹਨਾਂ ਨੂੰ ਕਾਲਜਾਂ ਦੀਆਂ ਜ਼ਮੀਨਾਂ ਦੇ ਕਾਗਜ਼ਾਤ ਦਿੱਤੇ ਵੀ ਜੀ ਆ 3-3 ਕਰੋੜ ਦੀ ਜ਼ਮੀਨ ਖਰੀਦੀ ਹੈ, ਆ ਕਿਸੇ ਨੇ 7 ਕਰੋੜ ਦੀ ਜ਼ਮੀਨ ਖਰੀਦੀ ਹੋਈ ਹੈ, ਕਿਸੇ ਨੇ 5 ਕਰੋੜ ਦੀ ਜ਼ਮੀਨ ਖਰੀਦੀ ਹੋਈ ਹੈ। ਇਹ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਇਹ ਕੰਮ ਹੈ। ਸੁਪਰੀਮ ਕੋਰਟ ਦੀਆਂ ਜੱਜਮੈਂਟਸ ਆਈਆਂ ਨੇ ਕਿ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੀ ਸਿਰਫ ਉਨੀ ਕੀ ਕਮਾਈ ਹੋਵੇ ਜਿਹਦੇ ਨਾਲ ਉਹ ਆਪਣੇ ਇਨਫਰਾਸਟ੍ਰਕਚਰ ਨੂੰ ਖੜਾ ਕਰ ਸਕੇ। ਲੇਕਿਨ ਇੱਥੇ ਤਾਂ ਕਰੋੜਾਂ ਰੁਪਏ ਦੀਆਂ ਜਿਹੜੀਆਂ ਪ੍ਰਾਪਰਟੀਆਂ ਬਣਾ ਕੇ ਬੈਠੇ ਨੇ ਮੈਨੇਜਮੈਂਟਾਂ ਵਾਲੇ, ਔਰ ਦੂਸਰੇ ਪਾਸੇ ਪ੍ਰੋਫੈਸਰਾਂ ਨੂੰ ਰੋਲਿਆ ਜਾ ਰਿਹਾ। ਮਤਲਬ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਯੰਗ ਬੱਚੇ ਨੇ ਜਿਨ੍ਹਾਂ ਦੇ ਲਈ ਇੱਕ ਨੋਬਲ ਪ੍ਰੋਫੈਸ਼ਨ ਸੀਗਾ, ਇੱਕ ਖੁਆਬ ਹੁੰਦਾ ਸੀ ਟੀਚਰ ਬਣਨਾ, ਉਹ ਖਤਮ ਹੋ ਰਿਹਾ। ਕੋਈ ਆਣਾ ਨਹੀਂ ਚਾਹੁੰਦਾ ਇਸ ਪ੍ਰੋਫੈਸ਼ਨ ਦੇ ਵਿੱਚ। ਤੇ ਪ੍ਰਾਈਵੇਟ ਕਾਲਜ ਵਾਲੇ ਰੀਅਲ ਐਸਟੇਟ ਬਿਜ਼ਨਸ ਦੇ ਵਿੱਚ ਗਰੋ ਕਰ ਰਹੇ ਨੇ। ਐਗਜ਼ੈਕਟਲੀ, ਉਹਨਾਂ ਨੂੰ ਲੱਗਦਾ ਹੈ ਕਿ ਇਹ ਵੱਡੀ ਇੰਡਸਟਰੀ ਬਣ ਚੁੱਕੀ ਹੈ। ਔਰ ਇਹ ਗੱਲਾਂ ਜਿਹੜੀਆਂ ਮੈਂ ਕਹਿ ਰਿਹਾ, ਇਹ ਪਿੱਛੇ ਜੀ ਮੈਂ ਕਿਸੇ ਚੈਨਲ ਤੇ ਗੱਲ ਕਰ ਰਿਹਾ ਸੀਗਾ ਕਿ ਕੈਗ ਦੀ ਰਿਪੋਰਟ ਆਈ, ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਦੀ, ਜਿਹੜੀਆਂ ਗੱਲਾਂ ਅਸੀਂ ਕਹਿ ਰਹੇ ਹਾਂ ਉਹੀ ਗੱਲਾਂ ਕੈਗ ਨੇ ਉੱਥੇ ਕਹੀਆਂ ਨੇ। ਤੁਹਾਡੇ ਵਾਲੀ ਰਿਪੋਰਟ ਤਾਂ ਨਹੀਂ ਕਿਤੇ ਲੀਕ ਹੋ ਗਈ? ਨਹੀਂ, ਚਲੋ ਖੈਰ, ਬਹੁਤ ਵੱਡੀ ਸੰਸਥਾ ਹੈ ਕੈਗ ਤਾਂ, ਹਨਾ, ਅਸੀਂ ਉਹਨਾਂ ਤੋਂ ਬਹੁਤ ਕੁਝ ਪੜ੍ਹਦੇ ਹਾਂ, ਸਿੱਖਦੇ ਹਾਂ ਉਹਨਾਂ ਤੋਂ। ਤੇ ਕੈਗ ਦੀ ਰਿਪੋਰਟ ਨੇ ਵੀ ਇਹ ਗੱਲਾਂ ਕਹੀਆਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਉਹ ਘਪਲੇ ਕੀਤੇ ਹੋਏ ਨੇ, ਜਿਹੜੇ ਕਿ ਮਤਲਬ ਅਸੀਂ ਤੁਹਾਨੂੰ ਦਸੀਏ ਕਿ ਉਹਨਾਂ ਦੇ ਕਾਲਜਾਂ ਦੇ ਵਿੱਚ ਜਦੋਂ ਰੈਂਡਮਲੀ ਉਹਨਾਂ ਨੇ ਸਰਵੇ ਕੀਤੇ ਤਾਂ ਉਹ ਕਹਿੰਦੇ ਕਿ ਮਤਲਬ ਜਿਹੜੇ ਕੰਟਰੈਕਟ ਤੇ ਟੀਚਰਸ ਨੇ ਉਹਨਾਂ ਨੂੰ 5000 ਤੋਂ ਲੈ ਕੇ 19000 ਤੱਕ ਤਨਖਾਹ ਦਿੱਤੀ ਜਾ ਰਹੀ ਹੈ। ਅੱਛਾ, ਚੈੱਕ ਵੱਡਾ ਸਾਈਨ ਕਰਾਇਆ ਜਾ ਰਿਹਾ ਹੈ ਤੇ ਕੈਸ਼ ਪੈਸੇ ਦਿੱਤੇ ਜਾ ਰਹੇ? ਇਹ ਵੀ ਨਹੀਂ ਜੀ ਪਤਾ, ਪਰ ਉਹਨਾਂ ਦੀ ਰਿਪੋਰਟ ਚ ਆਇਆ ਕਿ 5 ਤੋਂ 19000 ਹੈ। ਉਹ ਇਸ ਕਰਕੇ ਕਿ ਜਿਹੜੀ UGC ਦੇ ਗ੍ਰੇਡ ਨੇ, ਜੇ ਮੈਂ 6ਵੇਂ ਪੇ ਸਕੇਲ ਦੀ ਗੱਲ ਕਰ ਲਵਾਂ ਤਾਂ ਉਹ ਵੀ ਬੇਸਿਕ ਪੇ 21600 ਹੈ, ਜਿਹਦੇ ਤੇ DA ਵੀ ਪੈਣਾ, HRA ਵੀ ਪੈਣਾ ਤੇ ਬਾਕੀ ਅਲਾਉਂਸਸ ਵੀ ਪੈਣੇ ਆ। ਘੱਟੋ ਘੱਟ ਜੋ ਗੈਸ ਘੱਟੋ ਘੱਟ ਜਿਹੜੀ ਹੈ। ਤੇ ਅੱਜ ਦੀ ਡੇਟ 'ਚ 7ਵੇਂ ਪੇ ਸਕੇਲ 'ਚ 2016 1 ਜਨਵਰੀ 2016 ਤੋਂ ਉਹ 57700 ਹੋ ਚੁੱਕੀ ਹੈ ਬੇਸਿਕ ਪੇ। ਇਹ ਜਿਹੜਾ ਸ਼ੋਸ਼ਣ ਹੋ ਰਿਹਾ ਹੈ ਜੀ, ਖਾਸ ਕਰਕੇ ਪੜ੍ਹੇ ਲਿਖੇ ਲੋਕਾਂ ਦਾ ਜੀ, ਤੇ ਉਹ ਸ਼ੋਸ਼ਣ ਬਰਦਾਸ਼ਤ ਕਿਵੇਂ ਕੀਤਾ ਜਾ ਰਿਹਾ? ਕੀ ਕਰੀਏ ਸਰ, ਹੋਰ ਕੋਈ ਚਾਰਾ ਹੈ ਨਹੀਂਗਾ। ਜੇ ਕੋਈ ਆਵਾਜ਼ ਉਠਾਉਂਦਾ ਤੇ ਉਹਨੂੰ ਕੱਢ ਦਿੱਤਾ ਜਾਂਦਾ। ਇਹਦੇ ਲਈ ਕੋਈ ਅਥਾਰਟੀ ਨਹੀਂ? ਜਿੱਦਾਂ UGC ਕੋਈ ਜਿੱਦਾਂ ਨੈਕ ਦੀ ਹੁਣ ਗ੍ਰੇਡੇਸ਼ਨ ਕਰਦੇ ਨੇ ਜੀ, ਜਾਂ ਟੀਮ ਆਉਂਦੀ ਹੈ ਜੀ, ਤੇ ਕਾਲਜ ਨੂੰ ਬੜਾ ਸਾਫ ਸੁਥਰਾ ਸਵਾਰਿਆ ਜਾਂਦਾ ਹੈ ਜੀ, 2-4 ਬੰਦੇ ਇਧਰੋਂ ਭਰਤੀ ਕਰ ਲਏ ਜਾਂਦੇ ਆ ਜੀ, ਚਲੇ ਜਾਂਦੇ ਆ, ਫਿਰ ਖਬਰਾਂ ਲਵਾਈ ਜਾਂਦੀਆਂ ਵੀ ਨੈਕ ਨੇ ਗ੍ਰੇਡੇਸ਼ਨ ਦੇਤੀ, 5 ਗ੍ਰੇਡ ਦੇਤਾ, 4 ਗ੍ਰੇਡ ਦੇਤਾ ਜੀ। ਇਹ UGC ਦੇ ਪ੍ਰੋਫੈਸਰ ਜਿਹੜੇ ਜਗਦੀਸ਼ ਕੁਮਾਰ ਹੈ ਜੀ, ਕੀ ਉਹ ਪੰਜਾਬ ਦਾ ਇਹ ਸੀਨ ਦੇਖਦੇ ਨਹੀਂ, ਜਾਂ ਫਲਾਈਂਗ ਵੀ ਜਦੋਂ ਆਉਂਦੀ ਹੈ ਤੇ ਉਹ ਵੀ ਚਾਹ ਕਾਜੂ ਬਦਾਮ ਖਾ ਕੇ ਤੁਰ ਜਾਂਦੇ ਆ? ਸਰ, ਇਸ ਤਰ੍ਹਾਂ ਹੈ ਕਿ ਸਾਡੀ ਜਥੇਬੰਦੀ ਵੱਲੋਂ ਪ੍ਰੋਫੈਸਰ ਜਗਦੀਸ਼ ਕੁਮਾਰ ਨੂੰ ਜਦੋਂ ਅਸੀਂ ਇਹ ਮੁੱਦਾ ਪਿਛਲੇ 1.5 ਸਾਲ ਤੋਂ ਇਨਐਲੀਜੀਬਲ ਪ੍ਰਿੰਸੀਪਲਸ ਔਰ ਐਸੋਸੀਏਟ ਪ੍ਰੋਫੈਸਰਸ ਦਾ ਚੱਕਿਆ ਹੋਇਆ, ਤਾਂ ਅਸੀਂ ਪ੍ਰੋਫੈਸਰ ਜਗਦੀਸ਼ ਕੁਮਾਰ ਉਹਨਾਂ ਨੂੰ, ਮੇਰਾ ਖਿਆਲ ਨਹੀਂ ਵੀ 8 ਤੋਂ ਲੈ ਕੇ 10 ਚਿੱਠੀਆਂ ਪਾ ਚੁੱਕੇ, ਔਰ ਬੜੀ ਦੇਰ ਬਾਅਦ 19 ਸਤੰਬਰ 2023 ਨੂੰ ਪਹਿਲੀ ਚਿੱਠੀ ਉਹਨਾਂ ਦੀ ਸਾਡੇ ਕੇਸ 'ਚ ਆਈ, ਉਹ ਵੀ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰੇਨੂ ਵਿਜ ਨੂੰ, ਕਿ ਜੀ ਆ ਲੁਧਿਆਣੇ ਦਾ ਇੱਕ ਕਾਲਜ ਆ ਆਰੀਆ ਕਾਲਜ, ਜਿੱਥੇ 3 ਪ੍ਰੋਫੈਸਰਾਂ ਨੂੰ ਗਲਤ ਢੰਗ ਦੇ ਨਾਲ ਬਿਨਾਂ ਯੂਨੀਵਰਸਿਟੀ ਦਾ ਪੈਨਲ ਬੁਲਾਏ, ਕਿਉਂਕਿ UGC ਗਾਈਡਲਾਈਨਸ 2010 ਕਹਿੰਦੀ ਹੈ ਕਿ ਤੁਸੀਂ ਜਿਹੜਾ ਹੈ ਉਹ ਜੇ ਪ੍ਰਮੋਸ਼ਨ ਦੇਣੀ ਹੈ ਤੇ ਪੈਨਲ ਦੇ ਥਰੂ ਹੋਏਗੀ, ਤਾਂ ਬਿਨਾਂ ਪੈਨਲ ਬੁਲਾਏ ਦੇ ਦਿੱਤੀ ਗਈ। ਹਾਲਾਂਕਿ ਉਹ ਟੀਚਰਸ ਅਨਏਡਡ ਪੋਸਟ ਤੇ ਸੀਗੇ, ਲੇਕਿਨ UGC ਦੀਆਂ ਗਾਈਡਲਾਈਨਸ ਤਾਂ ਉਹੀ ਕਹਿੰਦੀਆਂ, ਉਹਨਾਂ ਲਈ ਤਾਂ ਕੋਈ ਏਡਡ ਅਨਏਡਡ ਨਹੀਂ ਹੈ। ਔਰ ਕਮਾਲ ਹੈ, ਤੁਸੀਂ ਵਿਦਿਆਰਥੀਆਂ ਦੇ ਫੰਡਾਂ ਦੇ ਵਿੱਚੋਂ 40-40 ਹਜ਼ਾਰ ਰੁਪਇਆ ਪਰ ਟੀਚਰ ਨੂੰ ਵਧਾ ਕੇ ਦੇ ਦਿੱਤਾ, ਔਰ ਤੁਸੀਂ ਬਿਨਾਂ ਪੈਨਲ ਨੂੰ ਬੁਲਾਏ, ਔਰ ਕਾਲਜ ਦੀ ਮੈਨੇਜਮੈਂਟ ਔਰ ਕਾਲਜ ਦਾ ਆਫੀਸ਼ੀਏਟਿੰਗ ਪ੍ਰਿੰਸੀਪਲ ਇਹ ਸਾਰਾ ਕੁਝ ਕਰ ਰਿਹਾ। ਔਰ ਯੂਨੀਵਰਸਿਟੀ ਨੂੰ ਮੈਂ ਡਾਕਟਰ ਰੇਨੂ ਵਿਜ ਨੂੰ ਔਰ ਪਹਿਲਾਂ ਜਿਹੜੇ VC ਸੀ ਉਹਨਾਂ ਨੂੰ ਵੀ ਦੱਸ ਚੁੱਕਾ ਸੀਗਾ, ਕੋਈ ਕੁਝ ਨਹੀਂ ਸੀ ਕਰ ਰਿਹਾ। ਹੁਣ ਜਦੋਂ ਉਹਨਾਂ ਦੀ ਆਈ ਹੈ ਚਿੱਠੀ ਡਾਕਟਰ ਰੇਨੂ ਵਿਜ ਨੂੰ, ਔਰ ਤੁਸੀਂ ਕਮਾਲ ਦੀ ਗੱਲ ਸੁਣੋ ਵੀ 19 ਨੂੰ ਪਹਿਲੀ ਚਿੱਠੀ ਆਈ ਜੀ, 10 ਦਿਨ ਦੇ ਅੰਦਰ ਰਿਪੋਰਟ ਕਿਹਾ ਦੇਣ ਦੇ ਲਈ, ਰਿਪੋਰਟ ਕੋਈ ਨਹੀਂ ਆਈ। 29 ਤਰੀਕ ਨੂੰ ਕੱਲ 2:30 ਵਜੇ ਫਿਰ ਉਹਨਾਂ ਦਾ ਫਸਟ ਰਿਮਾਈਂਡਰ ਆ ਗਿਆ ਤੁਹਾਡੇ ਕੋਲ UGC ਦਾ? ਹਾਂ, UGC ਦਾ ਰੇਨੂ ਵਿਜ ਨੂੰ ਗਿਆ, ਜਿਹੜੇ ਵਾਈਸ ਚਾਂਸਲਰ ਨੇ, ਔਰ ਉਹਦੀ ਕਾਪੀ ਮੈਨੂੰ ਭੇਜ ਦਿੱਤੀ ਵੀ ਪਹਿਲਾ ਰਿਮਾਈਂਡਰ ਪਾਤਾ। ਇਹਦਾ ਮਤਲਬ ਉੱਥੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ VC ਕਰ ਕੀ ਰਿਹਾ। ਔਰ ਦੁੱਖ ਦੀ ਗੱਲ ਇਹ ਹੁੰਦੀ ਹੈ ਸਰ ਕਿ ਇਹਨਾਂ 3 ਯੂਨੀਵਰਸਿਟੀਜ਼ ਜਿਹੜੀਆਂ ਸਾਡੀਆਂ ਮੇਨ ਯੂਨੀਵਰਸਿਟੀਜ਼ ਨੇ, ਜਿਹੜੀਆਂ ਡਿਗਰੀ ਕਾਲਜਸ ਦੇ ਨਾਲ ਸੰਬੰਧਿਤ ਨੇ ਜਾਂ BEd ਕਾਲਜਸ ਦੇ ਨਾਲ ਸੰਬੰਧਿਤ ਹੈ, ਇਹਨਾਂ 'ਚ ਬੜੇ ਜਿਹੜੇ ਅਸੀਂ ਕਹੀਏ ਉੱਘੇ ਸ਼ਖਸੀਅਤ ਵਾਲੇ ਵਾਈਸ ਚਾਂਸਲਰ ਬੈਠੇ ਨੇ। ਦੂਜੇ ਸੈਨੇਟ ਤੇ ਸਿੰਡੀਕੇਟ ਜੀ ਜਿਹੜੇ ਮੈਂਬਰ ਹੈ, ਉਹਨਾਂ ਨੂੰ ਇਹ ਸਭ ਕੁਝ ਦਿਖਾਈ ਨਹੀਂ ਦਿੰਦਾ ਜੋ ਤਰਨ ਘਈ ਨੂੰ 90 ਪੇਜ ਦਾ ਇਹ ਡਾਕੂਮੈਂਟ ਹੈ ਜੀ। ਦੇਖੋ, ਸੈਨੇਟ ਸਿੰਡੀਕੇਟ ਜਿਹੜੀ ਇੱਕ ਚੁਣੀ ਹੋਈ ਸੰਸਥਾ ਹੈਗੀ ਹੈ, ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਹੈ, ਗੁਰੂ ਨਾਨਕ 'ਚ ਵੀ ਹੈ ਤੇ ਪੰਜਾਬੀ 'ਚ ਵੀ। ਉਹਨਾਂ 'ਚ ਤਾਂ ਚੁਣੀ ਹੋਈ ਨਹੀਂ ਹੈ, ਉੱਥੇ ਤਾਂ ਨੋਮੀਨੇਟਡ ਹੈ, ਲੇਕਿਨ ਪੰਜਾਬ ਯੂਨੀਵਰਸਿਟੀ 'ਚ ਬਕਾਇਦਾ ਚੁਣ ਕੇ ਆਉਂਦੇ, ਗ੍ਰੈਜੂਏਟ ਕਾਂਸਟੀਚੁਐਂਸੀ, ਟੀਚਰਸ ਕਾਂਸਟੀਚੁਐਂਸੀ ਔਰ ਪ੍ਰਿੰਸੀਪਲ ਕਾਂਸਟੀਚੁਐਂਸੀ 'ਚੋਂ। ਮੈਨੂੰ ਲੱਗਦਾ ਬੜੇ ਪਿੱਛੇ ਜੀ ਇੱਕ ਸੈਨੇਟ ਨੇ ਬਹੁਤ ਵਧੀਆ ਸਿੰਡੀਕੇਟ ਨੇ ਫੈਸਲਾ ਲਿਆ, ਫਿਰੋਜ਼ਪੁਰ ਦੇ ਵਿੱਚ ਇੱਕ 50 ਦਿਨ ਤੋਂ ਧਰਨਾ ਲੱਗਿਆ ਹੋਇਆ ਸੀਗਾ, RSD ਕਾਲਜ ਫਿਰੋਜ਼ਪੁਰ ਦੇ ਵਿੱਚ। ਸਾਡੀ ਜਥੇਬੰਦੀ ਦੇ 3 ਟੀਚਰ ਸੀਗੇ, ਉਹਨਾਂ ਨੂੰ ਕੱਢ ਦਿੱਤਾ ਗਿਆ ਗੈਰ ਕਾਨੂੰਨੀ ਢੰਗ ਦੇ ਨਾਲ।
ਤੇ ਯੂਨੀਵਰਸਿਟੀ ਦੀ ਸਿੰਡੀਕੇਟ ਨੇ ਯੂਨੈਨਿਮਸਲੀ ਡਿਸਾਈਡ ਕੀਤਾ। ਅਸੀਂ ਸਰਾਹਨਾ ਕਰਦੇ ਹਾਂ ਯੂਨੀਵਰਸਿਟੀ ਸਿੰਡੀਕੇਟ ਦੇ ਸਾਰੇ ਮੈਂਬਰਾਂ ਦੀ ਕਿ ਯੂਨੈਨਿਮਸਲੀ ਫੈਸਲਾ ਲਿਆ ਵੀ ਇਹੋ ਜਿਹੇ ਕਾਲਜਾਂ ਦੀ ਫਿਰ ਐਫੀਲੀਏਸ਼ਨ ਰੱਦ ਕੀਤੀ ਜਾਵੇ। ਕਈ ਸਾਹਿਬ ਇੱਕ ਪਾਸੇ ਤਾਂ ਚਹੇਤਿਆਂ ਨੂੰ ਵੱਧ ਤਨਖਾਹਾਂ ਬਿਨਾਂ ਪੈਨਲ ਤੋਂ ਜੀ, ਤੇ ਇੱਕ ਪਾਸੇ ਜਿਹੜੇ ਪੁਰਾਣੇ 20-25 ਸਾਲ ਤੋਂ ਪ੍ਰੋਫੈਸਰ ਕੰਮ ਕਰਦੇ ਐਸੋਸੀਏਟ ਜੀ, ਤੇ ਉਹਨਾਂ ਨੂੰ ਲੱਤ ਮਾਰ ਕੇ ਇੰਸਟੀਚਿਊਟ ਤੋਂ ਬਾਹਰ, ਜੀ, ਇਹ ਦੋਹਰਾ ਮਾਪਦੰਡ ਕਿਉਂ? ਇਹ ਦੋਹਰਾ ਮਾਪਦੰਡ ਦੇਖੋ ਜੀ, ਗੱਲ ਇਹੀ ਹੈ ਕਿ ਇਹ ਤਾਂ ਹੁਣ ਯੂਨੀਵਰਸਿਟੀਆਂ ਨੇ ਚੈੱਕ ਕਰਨਾ। ਸਾਡਾ ਕੰਮ ਸੀਗਾ ਯੂਨੀਵਰਸਿਟੀਜ਼ ਨੂੰ ਦੱਸਣਾ। ਅਸੀਂ ਕੋਈ ਟੀਚਰਸ ਦੇ ਖਿਲਾਫ ਨਹੀਂ ਗੱਲ ਕਰ ਰਹੇ, ਅਸੀਂ ਕੋਈ ਪ੍ਰਿੰਸੀਪਲਸ ਦੇ ਖਿਲਾਫ ਨਹੀਂ ਗੱਲ ਕਰ ਰਹੇ। ਹਾਂ, ਅਸੀਂ ਆਪਣੇ ਜਥੇਬੰਦੀ ਦਾ ਅਸੂਲ ਹੈ ਕਿ ਜੇ ਸਾਡੀ ਜਥੇਬੰਦੀ 'ਚ ਵੀ ਕੋਈ ਬੰਦਾ ਗਲਤ ਕੰਮ ਕਰ ਰਿਹਾ ਤਾਂ ਅਸੀਂ ਉਹਦਾ ਵੀ ਰਿਪੋਰਟ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਨੂੰ ਜਾਂ UGC ਨੂੰ ਜਾਂ ਫਿਰ ਸਰਕਾਰ ਤੱਕ ਜ਼ਰੂਰ ਲੈ ਕੇ ਜਾਵਾਂਗੇ। ਸੋ ਇਹ ਨਹੀਂ ਹੈ ਕਿ ਜੇ ਸਾਡੇ ਆਪਣੇ ਹੀ ਟੀਚਰਸ, ਕਿਉਂਕਿ ਟੀਚਰਸ ਜਿਹੜੇ ਆ ਰੋਲ ਮਾਡਲ ਹੈ ਸੋਸਾਇਟੀ ਦੇ ਲਈ, ਤੇ ਜੇ ਅਸੀਂ ਕੀ ਕਵਾਂਗੇ ਕਿ UGC ਪੈਨਲ ਨੂੰ ਨਾ ਬੁਲਾ ਕੇ ਜਿਹੜਾ ਉਹ ਤੁਸੀਂ ਦੈਟ ਇਜ਼ ਪ੍ਰਮੋਸ਼ਨਸ ਦੇ ਦਿੱਤੀਆਂ ਜਾਣ, ਤਾਂ ਫਿਰ ਜੋ ਦੇ ਦਿੱਤੀਆਂ ਜਾਣ, ਫਿਰ ਪੰਜਾਬ ਸਰਕਾਰ ਨੇ ਅਗਸਤ 2022 ਦੇ ਵਿੱਚ ਮੇਰੀ ਸ਼ਿਕਾਇਤ ਤੇ ਕਮੇਟੀ ਬਣਾਈ ਹੋਈ ਹੈ 5 ਮੈਂਬਰੀ ਕਿ ਆ ਇਨਐਲੀਜੀਬਲ ਪ੍ਰਿੰਸੀਪਲਸ ਨੇ, ਤੇ ਇਹਨਾਂ ਇਨਐਲੀਜੀਬਲ ਪ੍ਰਿੰਸੀਪਲਸ ਦੀ ਜਿਹੜੀ ਹੈ ਉਹ ਚੈੱਕ ਕੀਤਾ ਜਾਵੇ, ਰਿਪੋਰਟ ਦਿੱਤੀ ਜਾਵੇ। ਤੁਸੀਂ ਹੈਰਾਨ ਹੋਵੋਗੇ 1 ਸਾਲ ਹੋ ਗਿਆ ਰਿਪੋਰਟ ਨਹੀਂ ਬਾਹਰ ਆ ਰਹੀ। ਹੁਣ ਤਾਂ ਮੰਤਰੀ ਵੀ ਬਦਲ ਗਏ, ਜਿਹੜੇ ਬੈਂਸ ਸਾਹਿਬ ਨੇ ਇਹਨਾਂ ਨੂੰ 2 ਵਾਰੀ ਮਿਲ ਚੁੱਕਾ ਮੈਂ। ਬੈਂਸ ਸਾਹਿਬ ਕਹਿੰਦੇ ਸੀ ਕਈ ਸਾਹਿਬ 20 ਦਿਨ ਤੱਕ ਆਪਾਂ ਕੱਢ ਦਿਆਂਗੇ ਰਿਪੋਰਟ, ਲੇਕਿਨ ਸਾਡੇ ਕੋਲ ਸੂਤਰਾਂ ਤੋਂ ਪੂਰੀ ਖਬਰ ਹੈ ਮਿਨਿਸਟਰ ਜਿਹੜੇ ਸੀਗੇ ਪਹਿਲੇ ਗੁਰਮੀਤ ਸਿੰਘ ਮੀਥੇਅਰ, ਉਹਨਾਂ ਨੇ ਜਾਣ ਲੱਗਿਆ ਜਦੋਂ ਉਹਨਾਂ ਦਾ ਮਹਿਕਮਾ ਉਹਨਾਂ ਕੋਲੋਂ ਗਿਆ 6 ਦਿਨ ਪਹਿਲਾਂ ਉਹ ਮਹਿਕਮੇ 'ਚ ਜਾਂਦੇ ਨੇ, ਇਹ ਇਨਐਲੀਜੀਬਲ ਪ੍ਰਿੰਸੀਪਲਸ ਵਾਲੀ ਫਾਈਲ ਮੰਗਵਾਉਂਦੇ ਨੇ ਔਰ ਉਹਦੇ ਉੱਪਰ 2 ਲਾਈਨਾਂ ਲਿਖ ਕੇ ਆਉਂਦੇ, ਨੋਟ ਚਾੜ ਕੇ ਆਉਂਦੇ ਔਰ ਸਿਗਨੇਚਰ ਨੇ ਕਿ ਇਹਨਾਂ ਸਾਰੇ ਪ੍ਰਿੰਸੀਪਲਾਂ ਨੂੰ ਅਹੁਦੇ ਤੋਂ ਉਤਾਰ ਦਿੱਤਾ ਜਾਵੇ। ਇਹ ਅਯੋਗ ਪ੍ਰਿੰਸੀਪਲ ਦਾ ਕ੍ਰਾਈਟੇਰੀਆ ਕਿਵੇਂ ਦੇਖਦੇ ਤਰਨ ਕਈ? ਇਸ ਤਰ੍ਹਾਂ ਹੈ ਜੀ, ਮੈਂ ਤਾਂ ਕੀ ਦੇਖਣਾ, UGC ਗਾਈਡਲਾਈਨਸ ਨੇ 2010, ਹੁਣ 2018 ਆ ਗਈਆਂ ਨੇ ਸਾਡੇ। 2010 ਦੀਆਂ ਗਾਈਡਲਾਈਨਸ ਇਹ ਕਹਿੰਦੀਆਂ ਕਿ ਜੇ ਤੁਸੀਂ ਕਾਲਜ ਦੇ ਵਿੱਚ ਪ੍ਰਿੰਸੀਪਲ ਬਣਨਾ ਤਾਂ ਤੁਸੀਂ ਯੂ ਮਸਟ ਬੀ ਐਨ ਐਸੋਸੀਏਟ ਪ੍ਰੋਫੈਸਰ। ਪਹਿਲਾਂ ਅਸਿਸਟੈਂਟ ਬੰਦਾ ਬਣਦਾ, ਅਸਿਸਟੈਂਟ ਤੋਂ ਬਾਅਦ ਐਸੋਸੀਏਟ ਬਣਦਾ, 15 ਸਾਲ ਦੀ ਉਹਦੀ ਸਰਵਿਸ ਚਾਹੀਦੀ ਹੈ। ਐਸੋਸੀਏਟ ਪ੍ਰੋਫੈਸਰ ਉਹ ਕਹਿੰਦਾ ਕਿ ਤੁਸੀਂ ਜਿਹੜਾ ਹੈਗਾ ਉਹ ਯੂਨੀਵਰਸਿਟੀ ਦੇ ਪੈਨਲ ਦੇ ਥਰੂ ਬਣੇ ਹੋਣੇ ਚਾਹੀਦੇ। ਹੋਇਆ ਕਿ ਜਦੋਂ ਸਾਡੇ ਕੋਲ ਰਿਪੋਰਟਸ ਆਈਆਂ ਕਿ ਬਹੁਤ ਸਾਰੇ ਕਾਲਜਾਂ ਦੇ ਵਿੱਚ ਪ੍ਰਿੰਸੀਪਲ ਬਣ ਗਏ, ਲੇਕਿਨ ਜਦੋਂ ਉਹ ਐਸੋਸੀਏਟ ਬਣੇ ਸੀਗੇ ਤਾਂ ਉਹ ਬਿਨਾਂ ਪੈਨਲ ਤੋਂ ਹੀ ਬਣ ਗਏ। DPI ਦੇ ਵਿੱਚ ਸਾਂਠਗੰਢ ਕੀਤੀ, ਉੱਥੋਂ ਆਪਣੀਆਂ ਕਾਪੀਆਂ ਕਢਵਾ ਲਈਆਂ ਅਪਰੂਵਲ ਦੀਆਂ, ਤੇ ਯੂਨੀਵਰਸਿਟੀ ਦਾ ਪੈਨਲ ਆਇਆ ਹੀ ਕੋਈ ਨਾ। ਇਹਦਾ ਮਤਲਬ ਬਿਲਡਿੰਗ ਦੀ ਨੀਂਹ ਜਦੋਂ ਕਮਜ਼ੋਰ ਹੈ ਤੇ ਬਿਲਡਿੰਗ ਤਾਂ ਕਲੈਪਸ ਹੋਊਗੀ। ਐਗਜ਼ੈਕਟਲੀ ਹੁਣ ਇਹੀ ਪ੍ਰੋਬਲਮ ਆ ਰਹੀ ਹੈ ਕਿ ਅੱਛਾ, ਇਸ ਦੇ ਵਿੱਚ ਇੱਕ ਵੱਡੀ ਜੱਜਮੈਂਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਦਿੱਤੀ ਹੈ, ਜਸਟਿਸ ਮਹਾਬੀਰ ਸਿੰਘ ਉਹਨਾਂ ਨੇ। ਜਦੋਂ 1158 ਦੀ ਭਰਤੀ ਹੁੰਦੀ ਹੈ, ਜਦੋਂ ਸਰਦਾਰ ਪ੍ਰਗਟ ਸਿੰਘ ਹੋਣੇ ਸੀਗੇ ਐਜੂਕੇਸ਼ਨ ਮਿਨਿਸਟਰ, ਤਾਂ ਉਹ ਭਰਤੀ ਖੁੱਲ੍ਹਦੀ ਹੈ, ਗਵਰਨਮੈਂਟ ਕਾਲਜਾਂ ਦੇ ਵਿੱਚ ਭਰਤੀ ਹੋ ਜਾਂਦੀ ਹੈ, ਮੈਰਿਟ ਦੇ ਆਧਾਰ ਤੇ ਬੰਦੇ ਜਿਹੜੇ ਆ ਉਹ ਟੈਸਟ ਕਲੀਅਰ ਕਰਕੇ ਆ ਜਾਂਦੇ ਆ। ਇੱਕ ਗਲਤੀ ਸਰਕਾਰ ਨੇ ਕੀਤੀ ਜੋ ਜੱਜਮੈਂਟ ਕਹਿ ਰਹੀ ਹੈ। ਕੀ ਜੱਜਮੈਂਟ ਕਹਿ ਰਹੀ ਹੈ? ਉਹ ਕਹਿੰਦੀ ਵੀ UGC ਗਾਈਡਲਾਈਨਸ 2010 ਅਡਾਪਟਡ ਬਾਈ ਸਟੇਟ ਗਵਰਨਮੈਂਟ ਔਨ 30/7/2013, ਠੀਕ ਹੈ, ਉਹਦੇ ਵਿੱਚ ਕੀ ਲਿਖਿਆ ਗਿਆ ਕਿ ਤੁਸੀਂ ਇਹ ਪ੍ਰੋਸੀਜਰ ਅਡਾਪਟ ਕਰਨਾ। ਤੇ ਜਸਟਿਸ ਮਹਾਬੀਰ ਸਿੰਘ ਕਹਿੰਦੇ ਆ ਕਿ ਉਹ ਜਿਹੜਾ ਪ੍ਰੋਸੀਜਰਲ ਲੈਪਸ ਹੈ, ਤੁਸੀਂ ਕੀ ਕੀਤਾ, ਸਰਕਾਰ ਨੇ ਉਦੋਂ ਮਾਨਯੋਗ ਕ੍ਰਿਸ਼ਨ ਕੁਮਾਰ ਉਹਨੇ ਸਾਡੇ ਪ੍ਰਿੰਸੀਪਲ ਸਕੱਤਰ ਸੀਗੇ, ਤੇ ਕੋਰਟ ਨੇ ਮਾਨਯੋਗ ਜਿਹੜੇ ਸਾਡੇ ਜੱਜ ਨੇ ਉਹਨਾਂ ਨੇ ਇਹਦੇ ਵਿੱਚ ਲਿਖਿਆ ਕਿ ਬਈ ਇਹ ਸਾਰੀ ਜਿਹੜੀ ਗਲਤੀ ਹੋਈ ਆ, ਪ੍ਰੋਸੀਜਰਲ ਲੈਪਸ ਹੋਇਆ, ਉਹਦੇ ਵਿੱਚ ਵੱਡਾ ਜਿਹੜਾ ਗੁਨਾਹਗਾਰ ਹੈ ਉਹ ਸਾਡਾ ਪ੍ਰਿੰਸੀਪਲ ਸਕੱਤਰ ਹੈ। ਇਹ ਪਹਿਲੀ ਵਾਰੀ ਹੈ ਕਿਸੇ ਜੱਜਮੈਂਟ ਦੇ ਵਿੱਚ ਕਿਸੇ ਸੈਕਟਰੀ ਦੇ ਬਾਰੇ ਇਦਾਂ ਦੀ ਗੱਲ ਲਿਖੀ ਗਈ ਹੋਵੇ। ਬਾਈ ਨੇਮ ਕੋਡ ਕੀਤਾ, ਨੇਮ ਨਹੀਂ ਕੀਤਾ, ਪ੍ਰਿੰਸੀਪਲ ਸੈਕਟਰੀ ਲਿਖ ਦਿੱਤਾ। ਪ੍ਰਿੰਸੀਪਲ ਸੈਕਟਰੀ ਕੌਣ ਸੀ? ਐਵਰੀਬਾਡੀ ਨੋਜ਼, ਇਹ ਸਭ ਨੂੰ ਪਤਾ ਵੀ ਕੌਣ ਸੀਗਾ। ਪ੍ਰੋਸੀਜਰ ਨਹੀਂ ਅਡਾਪਟ ਕੀਤਾ ਗਿਆ। ਹੁਣ ਉਹ ਬੱਚੇ ਤਾਂ ਮੈਰਿਟ ਤੇ ਸੀਗੇ, ਉਹ ਟੀਚਰ ਤਾਂ ਸਾਰੇ ਮੈਰਿਟ ਤੇ ਆਏ ਸੀਗੇ, ਪਰ ਹੁਣ ਤਾਂ ਉਹ ਓਵਰੇਜ ਹੋ ਗਏ ਹੋਣਗੇ। ਨਹੀਂ, ਓਵਰੇਜ ਨਹੀਂ ਹੋ ਗਏ। ਗੱਲ ਇਹ ਹੈ ਕਿ ਉਹ ਹੁਣ ਧਰਨੇ ਤੇ ਬੈਠੇ ਨੇ। ਅੱਛਾ, ਉਹ ਆਨੰਦਪੁਰ ਸਾਹਿਬ ਦੇ ਨਾਲ ਇੱਕ ਜਗ੍ਹਾ ਤੇ, ਇੱਕ ਪਾਸੇ ਉਹਨਾਂ ਨੇ ਕਾਲਜ ਦੇ ਵਿੱਚ ਆਉਣਾ ਸੀਗਾ, ਨੌਕਰੀ ਮਿਲਣੀ ਸੀ, ਘਰ ਪਰਿਵਾਰ ਚਲਾਉਣਾ ਸੀਗਾ, ਬਿਲਕੁਲ ਜੀ, ਤੇ ਇੱਕ ਗਲਤੀ ਪਿੱਛੇ ਉਹ ਪਿੱਛੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਹੋਏ ਨੇ। ਸਿਰਫ ਇਹ ਹੈ ਕਿ ਸਰਕਾਰ ਉਹਨਾਂ ਦਾ ਕੇਸ ਪਲੀਟ ਕਰੇ। ਸਰਕਾਰ ਇਹ ਕਹਿੰਦੀ ਹੈ ਵੀ ਕੀ ਕਰੀਏ। ਬੈਂਸ ਸਾਹਿਬ ਕਹਿੰਦੇ ਆ ਕਿ ਬੱਚੇ ਮੇਰੇ ਲਈ ਸਭ ਤੋਂ ਪਹਿਲਾਂ ਨੇ ਜੀ, ਸੈਕੰਡ ਨੰਬਰ ਤੇ ਮੇਰੇ ਲਈ ਟੀਚਰ ਨੇ ਸਕੂਲਾਂ ਦੇ, ਕਾਲਜਾਂ ਦੇ ਜੀ। ਜਿਹੜੀ ਇਹ ਗੱਲ ਮੀਡੀਆ ਦੇ ਵਿੱਚ ਕਰਦੇ ਆ ਜੀ, ਕਿ ਇਹ ਜਿਹੜੀ ਗੱਲ ਮੀਡੀਆ 'ਚ ਕਰਦੇ ਆ ਅਸਲੀਅਤ ਕੁਛ ਗੱਲ ਹੋਰ ਹੈ। ਦੇਖੋ, ਹਾਇਰ ਐਜੂਕੇਸ਼ਨ 'ਚ ਤਾਂ ਸਾਨੂੰ ਬੈਂਸ ਸਾਹਿਬ ਦੀ ਕੰਟਰੀਬਿਊਸ਼ਨ ਹਜੇ ਤੱਕ ਨਜ਼ਰ ਨਹੀਂ ਆਈ। 1% ਵੀ ਜੇ ਮੈਂ ਕਹਿ ਦੇਵਾਂ ਸਾਨੂੰ ਨਜ਼ਰ ਨਹੀਂ ਆਈ ਕਿ ਬੈਂਸ ਸਾਹਿਬ ਨੂੰ ਨਜ਼ਰ ਨਹੀਂ ਆ ਰਿਹਾ ਕਿ ਵੀ ਆ ਪੰਜਾਬ ਦੇ ਖਜ਼ਾਨੇ 'ਚ ਰਿਕਵਰੀਆਂ ਪੈਣੀਆਂ ਨੇ ਪੈਸਿਆਂ ਦੀਆਂ। ਤਰੁਣ ਘਈ ਦੇ ਤਾਂ ਘਰ ਆਣਾ ਨਹੀਂ ਉਹ ਪੈਸਾ, ਬਿਲਕੁਲ ਠੀਕ ਹੈ, ਉਹ ਰਿਕਵਰੀ ਜਾਣੀ ਹੈ ਪੰਜਾਬ ਸਰਕਾਰ ਦੇ ਖਾਤੇ 'ਚ। 1 ਕਰੋੜ ਰੁਪਈਆ ਮੈਂ ਕੈਗ ਨੂੰ ਵੀ ਚਿੱਠੀ ਲਿਖ ਚੁੱਕਾ। 18 ਕਰੋੜ ਦੇ ਲਗਭਗ ਰੁਪਈਆ ਜਿਹੜਾ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਜਾਣਾ। ਦੂਸਰਾ, ਅਸੀਂ ਸਰਕਾਰ ਨੂੰ ਇਹ ਵੀ ਕਿਹਾ ਕਿ ਜਿਹੜੇ ਕਾਲਜਾਂ ਦੀਆਂ ਮੈਨੇਜਮੈਂਟਾਂ ਨੇ, ਇਹਨਾਂ ਨੇ ਆਪਣੇ ਸੈਲਫ ਫਾਈਨਾਂਸਡ ਕਾਲਜ ਖੋਲੇ ਹੋਏ ਨੇ, ਇਹ ਦੱਸਣ ਵੀ ਉਹਦਾ ਪੈਸਾ ਕਿੱਥੋਂ ਆਇਆ। ਹੁੰਦਾ ਕੀ ਆਇਆ,
1978 ਤੋਂ ਇਹ ਇੱਕ ਗ੍ਰਾਂਟ ਲੈਂਦੇ ਰਹੇ ਆ, ਡੈਫੀਸਿਟ ਗ੍ਰਾਂਟ 95% ਜਿਹੜੀ ਹੈਗੀ ਘਾਟੇ ਦੀ ਗ੍ਰਾਂਟ, ਉਹ ਲੈਂਦੇ ਰਹੇ ਨੇ। 44 ਸਾਲ ਹੋ ਗਏ ਇਹਨਾਂ ਨੂੰ ਲੈਂਦਿਆਂ ਨੂੰ ਜੀ। ਉਹ ਗ੍ਰਾਂਟ ਸਰਕਾਰ ਤੋਂ ਲੈਂਦੇ ਰਹੇ, ਬੱਚਿਆਂ ਦੀਆਂ ਫੀਸਾਂ ਆਉਂਦੀਆਂ ਰਹੀਆਂ, ਪੈਸਾ ਇਕੱਠਾ ਹੁੰਦਾ ਗਿਆ, ਉੱਥੋਂ ਪੈਸਾ ਕਢਾਇਆ, ਸੈਲਫ ਫਾਈਨਾਂਸਡ ਕਾਲਜ ਆਪਣਾ ਬੀਐਡ ਕਾਲਜ ਖੋਲ੍ਹਤਾ, ਸੈਲਫ ਫਾਈਨਾਂਸਡ ਆਪਣਾ ਇੰਜੀਨੀਅਰਿੰਗ ਕਾਲਜ ਖੋਲ੍ਹਤਾ, ਸੈਲਫ ਫਾਈਨਾਂਸਡ ਆਪਣਾ ਲਾਅ ਕਾਲਜ ਖੋਲ੍ਹ ਦਿੱਤਾ। ਉਹ ਕਿੱਥੋਂ ਆਇਆ ਪੈਸਾ? ਬੇਸ ਕਾਲਜ ਚੋਂ ਪੈਸਾ ਤੁਸੀਂ ਕੱਢ ਕੇ ਲੈ ਗਏ, ਤੇ ਜਦੋਂ ਉਹ ਪੈਸਾ ਤੁਸੀਂ ਕੱਢ ਕੇ ਲੈ ਗਏ, ਇੱਧਰ ਦਾ ਬੇਸ ਕਾਲਜ ਖਾਲੀ ਹੋ ਗਿਆ, ਤੇ ਪ੍ਰੋਫੈਸਰ ਚੀਕਾਂ ਮਾਰ ਰਹੇ ਨੇ, ਪ੍ਰੋਫੈਸਰ ਰੋ ਰਹੇ ਨੇ। ਨਾ ਉਹਨਾਂ ਨੂੰ 6 ਤੋਂ 7,000 ਦਾ ਗ੍ਰੇਡ ਪੇ ਦਿੱਤਾ ਜਾ ਰਿਹਾ, ਨਾ 7 ਤੋਂ 8 ਦਿੱਤਾ ਜਾ ਰਿਹਾ, ਨਾ ਐਸੋਸੀਏਟ ਬਣਾਇਆ ਜਾ ਰਿਹਾ। ਤੇ ਉਹ ਪ੍ਰੋਫੈਸਰ ਕਿਉਂ ਆਏ ਸੀ ਇਸ ਪ੍ਰੋਫੈਸ਼ਨ 'ਚ? ਇਸ ਕਰਕੇ ਆਏ ਸੀ, ਇਹ ਬੜਾ ਨੋਬਲ ਪ੍ਰੋਫੈਸ਼ਨ ਹੈ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਹੈ, ਤਨਖਾਹਾਂ ਜਿਹੜੀਆਂ ਟਾਈਮਲੀ ਮਿਲਦੀਆਂ ਨੇ, ਠੀਕ ਹੈ ਨਾ, ਔਰ ਤੁਸੀਂ ਅੱਗੇ ਦੇਸ਼ ਨੂੰ ਸਿਰਜਣਾ। ਲੇਕਿਨ ਹੁਣ ਬੱਚੇ ਦੌੜ ਰਹੇ ਨੇ, ਸਟੂਡੈਂਟ ਸਾਡੇ ਕਾਲਜਾਂ 'ਚ ਕਿਉਂ ਆਣਗੇ? ਉਹ ਦੇਖਦੇ ਨੇ ਕਿ ਬਈ ਇੱਕ ਧਰਨਾ ਤਾਂ ਲੱਗਿਆ ਹੋਇਆ ਫਿਰੋਜ਼ਪੁਰ, ਇੱਕ ਪਾਸੇ ਇੱਥੇ ਗੁਰੂ ਨਾਨਕ ਕਾਲਜ 'ਚ 2-3 ਸਾਲ ਪਹਿਲਾਂ 18 ਟੀਚਰ ਇਕੱਠੇ ਕੱਢ ਚੁੱਕੇ, ਲੇਡੀ ਲੈਕਚਰਰਸ 18 ਕੱਢੀਆਂ ਸੀਗੀ। ਮਾਲਪੁਰ ਦੇ ਵਿੱਚ ਇੱਕ ਲੇਡੀ ਲੈਕਚਰਰ ਨੂੰ ਕੱਢਿਆ ਹੋਇਆ, ਮੁਕਤਸਰ ਦੇ ਵਿੱਚ ਇੱਕ ਪ੍ਰੋਫੈਸਰ ਨੂੰ ਕੱਢਿਆ ਹੋਇਆ, ਇੱਥੇ ਜਿਹੜਾ ਤੁਹਾਡਾ ਸਮਰਾਲਾ, ਉੱਥੇ 2 ਕੰਪਿਊਟਰ ਸਾਇੰਸ ਦੇ PhD ਟੀਚਰਸ ਕੱਢੇ ਹੋਏ ਨੇ। ਟੋਟਲ ਕਿੰਨੇ ਜਿਹੜੇ ਪ੍ਰਭਾਵਿਤ ਨੇ ਐਸੋਸੀਏਟ ਪ੍ਰੋਫੈਸਰ? ਜੀ ਮੈਂ ਦੱਸ ਹੀ ਨਹੀਂ ਸਕਦਾ ਜੀ ਕਿ ਕਿੰਨੇ ਕੁ ਇਸ ਟਾਈਮ ਟੀਚਰਸ ਦਾ ਡਿਊ ਹੈ ਐਸੋਸੀਏਟ ਪ੍ਰੋਫੈਸਰ ਬਣਨਾ, ਲੇਕਿਨ ਮੈਨੇਜਮੈਂਟਾਂ ਜਿਹੜੀਆਂ ਨੇ ਉਹ ਐਸੋਸੀਏਟ ਪ੍ਰੋਫੈਸਰ ਬਣਾਉਣ ਨੂੰ ਤਿਆਰ ਨੇ। ਕਈ ਸਾਹਿਬ, ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਹੈ ਕਿ ਮੈਂ ਇੱਕ ਵੀ ਪੈਸਾ ਕਿਸੇ ਨੂੰ ਖਾਣ ਨਹੀਂ ਦੇਣਾ ਜੀ, ਜਿਨ੍ਹਾਂ ਨੇ ਖਾਧਾ ਹੈ ਉਹਨਾਂ ਨੂੰ ਵਾਪਸ ਦੇਣਾ ਪਏਗਾ, ਖਜ਼ਾਨੇ ਜਮ੍ਹਾਂ ਕਰਾਉਣਾ ਪਏਗਾ ਜੀ। ਤੇ ਤੁਸੀਂ ਦੂਜੇ ਪਾਸੇ 50,000 ਕਰੋੜ ਦੇ ਕਰਜ਼ੇ ਦੀ ਗੱਲ ਦੇ ਉੱਤੇ ਵੀ ਵਿਰੋਧੀ ਪਾਰਟੀਆਂ ਉਂਗਲ ਚੁੱਕਦੀਆਂ ਜੀ ਸਰ, ਤੇ ਤੁਸੀਂ ਤਾਂ ਇੱਕ ਵੱਡਾ ਡੋਜ਼ੀਅਰ ਉਹਨਾਂ ਨੂੰ ਦੇ ਚੁੱਕੇ ਹੋ ਜੀ। ਹਰਜੋਤ ਬੈਂਸ ਤੋਂ ਇਲਾਵਾ ਤੁਸੀਂ ਮੁੱਖ ਮੰਤਰੀ ਤੱਕ ਪਹੁੰਚ ਕੀਤੀ, ਜਾਂ ਤੁਸੀਂ ਪਿਛਲੇ ਦਿਨੀ ਗਵਰਨਰ ਸਾਹਿਬ ਨੂੰ ਵੀ ਮੇਰੇ ਖਿਆਲ ਕੰਪਲੇਂਟ ਕੀਤੀ ਹੈ? ਦੇਖੋ, ਗਵਰਨਰ ਸਾਹਿਬ ਪੰਜਾਬ ਦੀਆਂ 2 ਯੂਨੀਵਰਸਿਟੀਜ਼ ਦੇ ਚਾਂਸਲਰ ਵੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਔਰ ਪੰਜਾਬੀ ਯੂਨੀਵਰਸਿਟੀ ਦੇ। ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਚਾਂਸਲਰ ਸਾਹਿਬ ਨੂੰ ਦੱਸੀਏ। ਅਸੀਂ ਗਵਰਨਰ ਸਾਹਿਬ ਦੀ ਬਜਾਏ ਚਾਂਸਲਰ ਨੂੰ ਇਹ ਰਿਪੋਰਟ ਕੀਤੀ ਹੈ ਕਿ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਆਹ 2 ਯੂਨੀਵਰਸਿਟੀਜ਼ ਦੇ ਵਿੱਚ, ਖਾਸ ਕਰਕੇ ਮੈਂ ਦੱਸ ਰਿਹਾ ਤੁਹਾਨੂੰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਹੋਣੇ, ਅਸੀਂ ਉਹਨਾਂ ਨੂੰ ਮਿਲੇ, ਉਹਨਾਂ ਨੂੰ ਕਿਹਾ ਵੀ ਦੁਆਬਾ ਕਾਲਜ ਜਲੰਧਰ ਔਰ ਸੈਕੰਡਲੀ DAV ਕਾਲਜ ਅੰਮ੍ਰਿਤਸਰ, ਰਿਕਾਰਡ ਹੈ ਸਰਕਾਰ ਦੀ ਰਿਪੋਰਟ ਦੇ ਵਿੱਚ ਉਹਨਾਂ ਦੇ ਨਾਮ ਹੈ। ਮੈਂ ਕਿਹਾ ਜੀ ਆਹ ਬੰਦੇ ਇਨਐਲੀਜੀਬਲ ਨੇ, ਤੁਹਾਨੂੰ ਸਾਰਾ ਰਿਕਾਰਡ ਦੇ ਚੱਲੇ ਆ। ਜਸਟਿਸ ਮਹਾਵੀਰ ਸਿੰਘ ਦੀ ਜੱਜਮੈਂਟ ਸਰਦਾਰ ਜਸਪਾਲ ਸਿੰਘ ਉਹਨਾਂ ਨੂੰ ਦੇ ਦਿੱਤੀ ਗਈ ਜੀ। 9 ਮਹੀਨੇ ਹੋ ਗਏ ਜੀ, ਕੋਈ ਰਿਪੋਰਟ ਨਹੀਂ ਆ ਰਹੀ। ਕਿਉਂ ਨਹੀਂ ਆ ਰਹੀ? ਕਿ ਮੈਨੇਜਮੈਂਟਾਂ ਦੇ ਨਾਲ ਮਿਲ ਗਈਆਂ ਯੂਨੀਵਰਸਿਟੀਆਂ। ਡਾਕਟਰ ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, 2 ਕਾਲਜਸ DAV ਕਾਲਜ ਬਠਿੰਡਾ ਤੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਦੋਹਾਂ ਦੇ ਰਿਕਾਰਡ ਦਿੱਤੇ। 9 ਮਹੀਨੇ ਤੋਂ ਉੱਪਰ ਹੋ ਗਏ ਆ ਚਿੱਠੀਆਂ ਨੇ ਸਾਡੇ ਕੋਲ। ਮੈਂ ਗਵਰਨਰ ਸਾਹਿਬ ਨੂੰ, ਚਾਂਸਲਰ ਨੇ ਉਹਨਾਂ ਨੂੰ ਇਹ ਭੇਜੀਆਂ, ਆ 2 ਚਿੱਠੀਆਂ ਜੀ, ਆ ਦੇਖਿਏ, ਆ 2 ਚਿੱਠੀਆਂ 9 ਮਹੀਨੇ ਪਹਿਲਾਂ ਦੀਆਂ ਚਿੱਠੀਆਂ ਨੇ। ਸਾਰਾ ਰਿਕਾਰਡ ਦੇ ਦਿੱਤਾ, ਕੋਲ ਬਹਿ ਕੇ ਸਾਰੇ ਕਾਗਜ਼ਾਂ ਤੇ ਡਿਸਕਸ਼ਨ ਕਰ ਲਈ, ਟੋਟਲੀ ਕਨਵਿੰਸਡ ਹੈ, ਲੇਕਿਨ ਕਹਿੰਦੇ ਸਾਡੀਆਂ ਪ੍ਰਾਇੋਰਟੀਜ਼ ਨਹੀਂ ਹੈ। ਅੱਛਾ, ਤਰਜੀਹ ਨਹੀਂ ਹੈ, ਸਾਡੀ ਤਰਜੀਹ ਨਹੀਂ ਹੈ। ਕਹਿੰਦੇ ਸਰਕਾਰ ਦਾ ਪੈਸਾ ਮਰ ਰਿਹਾ, ਮਰੀ ਜਾਵੇ, ਲੇਕਿਨ ਵਾਈਸ ਚਾਂਸਲਰ ਕਹਿੰਦੇ ਸਾਡੀ ਪ੍ਰਾਇੋਰਟੀ ਨਹੀਂ ਹੈ। ਸਾਡੀ ਪ੍ਰਾਇੋਰਟੀ ਕੀ ਹੈ? ਜੋ ਪੰਜਾਬੀ ਯੂਨੀਵਰਸਿਟੀ 'ਚ ਇਸ ਟਾਈਮ ਚੱਲ ਰਿਹਾ, ਜੋ ਉੱਥੇ ਇੱਕ ਪ੍ਰੋਫੈਸਰ ਸਾਹਿਬ ਔਰ ਜੋ ਇੱਕ ਲੜਕੀ ਦੀ ਮੌਤ ਹੋ ਗਈ ਹੈ, ਬਹੁਤ ਘਿਨਾਉਣਾ ਕਾਰਾ ਹੋਇਆ, ਉਹ ਕੀ ਪ੍ਰਾਇੋਰਟੀਜ਼ ਉਹ ਨੇ? ਨਾ ਉਹ ਚੱਲਦਾ ਪਿਆ, ਨਾ ਆਹ ਚੱਲਦਾ ਪਿਆ। ਚੱਲਦਾ ਕੀ ਪਿਆ ਫਿਰ ਸਾਨੂੰ ਦੱਸੋ। ਇਹਦਾ ਮਤਲਬ UGC ਅੱਖਾਂ, ਕੰਨ, ਨੱਕ ਬੰਦ ਕਰੀ ਬੈਠੀ ਹੈ, ਜਾਂ UGC ਨੂੰ ਸਾਰਾ ਕੁਝ ਦਿਸਦਾ ਹੋਣ ਦੇ ਬਾਵਜੂਦ ਚਾਂਦੀ ਦੀ ਜੁੱਤੀ ਉੱਥੇ ਹੀ ਵੱਜ ਰਹੀ ਹੈ? ਨਹੀਂ, ਦੇਖੋ, ਹਜੇ ਤੱਕ ਅਸੀਂ ਕਹਿ ਨਹੀਂ ਸਕਦੇ। UGC ਤੱਕ ਹੁਣ ਅਸੀਂ ਅਪਰੋਚ ਕਰਾਂਗੇ। ਮੈਂ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਸਾਡੇ ਉਪ ਰਾਸ਼ਟਰਪਤੀ ਹੈ, ਸਾਰਾ ਰਿਕਾਰਡ ਮੋਰ ਦੈਨ 15 ਟਾਈਮਸ, 15 ਵਾਰ ਤੋਂ ਜ਼ਿਆਦਾ ਮੈਂ ਭੇਜ ਚੁੱਕਾ। ਉਹਨਾਂ ਦੀਆਂ ਚਿੱਠੀਆਂ ਡਾਕਟਰ ਰੇਨੂ ਵਿਜ ਨੂੰ ਆ ਚੁੱਕੀਆਂ, ਇਨਕੁਆਇਰੀ ਕਰਵਾਓ। ਪੰਜਾਬ ਯੂਨੀਵਰਸਿਟੀ ਦੇ 8 ਪ੍ਰਿੰਸੀਪਲ ਇਨਐਲੀਜੀਬਲ ਦੀ ਲਿਸਟ ਵਿੱਚ ਨੇ। ਹੁਣ ਕਮੇਟੀ ਬਣਾਤੀ ਹੈ, ਕਮੇਟੀ ਦੀ ਰਿਪੋਰਟ ਹਜੇ ਤੱਕ ਨਹੀਂ ਆ ਰਹੀ। ਜਦ ਕਿ ਕਿਹਾ ਇਹ ਗਿਆ 7 ਤਰੀਕ ਨੂੰ ਸਾਡੀ ਮੀਟਿੰਗ ਹੋਈ ਸੀਗੀ, 7 ਅਪ੍ਰੈਲ ਨੂੰ VC ਦੇ ਨਾਲ, ਉੱਥੇ ਫੈਸਲਾ ਹੋਇਆ ਵੀ ਮਹੀਨੇ ਦੇ ਅੰਦਰ ਅੰਦਰ ਰਿਪੋਰਟ ਆ ਜਾਏਗੀ। ਕਈ ਸਾਹਿਬ, ਜੇ ਆਪਾਂ ਰਿਕਵਰੀ ਦੀ ਗੱਲ ਕਰੀਏ, ਪੰਜਾਬ ਦੇ ਖਜ਼ਾਨੇ ਦੇ ਵਿੱਚ ਤੁਹਾਡੇ ਤਜਰਬੇ ਮੁਤਾਬਕ, ਤੁਹਾਡੇ ਫੈਕਟ ਮੁਤਾਬਕ, ਜੋ ਗੱਲ ਤੁਸੀਂ ਜੈਨੂਇਨ ਕਰਦੇ ਹੋ, ਉਹ 90 ਪੇਜਾਂ ਦੇ ਮੁਤਾਬਕ ਕਿੰਨਾ ਕੁ ਫੰਡ ਜਿਹੜਾ ਆ ਸਕਦਾ, ਕਿੰਨੇ ਕੁ ਪੈਸੇ ਰਿਕਵਰ ਹੋ ਸਕਦੇ ਆ? ਸਰ ਦੇਖੋ, ਅਸੀਂ ਤਾਂ ਆਡਿਟ ਜਿਹੜੀ ਕੰਟਰੋਲਰ ਐਂਡ ਆਡੀਟਰ ਜਨਰਲ ਹੈ ਪੰਜਾਬ ਦੇ ਵੀ ਨੇ, ਹੈ ਨਾ, ਨਿਜ਼ਾ ਫਾਜ਼ਲੀ ਨੇ, ਉਹਨਾਂ ਨਾਲ ਮੇਰੀ ਫੋਨ ਤੇ ਵੀ ਗੱਲ ਹੋਈ ਹੈ। ਅਸੀਂ ਉਹਨਾਂ ਨੂੰ ਸਾਰਾ ਰਿਕਾਰਡ ਭੇਜਿਆ। ਅਸੀਂ ਕਿਹਾ ਜੀ ਇਹਨਾਂ ਦੀ ਆਡਿਟ ਕਰਵਾ ਲਓ। ਅਸੀਂ ਨਹੀਂ ਕਹਿੰਦੇ ਤੁਸੀਂ ਆਡਿਟ ਕਰਾ ਲਓ, ਇਹਨਾਂ ਕੋਲੋਂ ਤੁਹਾਨੂੰ ਦੱਸਾਂਗੇ ਕਿੰਨੀਆਂ FDs ਨਿਕਲਣਗੀਆਂ, ਇਹਨਾਂ ਕੋਲੋਂ ਕਿੰਨਾ ਜਿਹੜਾ ਹੈਗਾ ਉਹ ਜ਼ਮੀਨਾਂ ਦੇ ਕਾਗਜ਼ਾਤ ਨਿਕਲਣਗੇ, ਠੀਕ ਹੈ ਨਾ। ਇਹਨਾਂ ਦੇ ਕੋਲੋਂ ਪ੍ਰਿੰਸੀਪਲ ਫੰਡ, ਅਮਲਗਾਮੇਟਿਡ ਫੰਡ, ਮੈਨੇਜਮੈਂਟ ਫੰਡ, ਕਿੰਨੇ ਲੱਖਾਂ ਕਰੋੜਾਂ ਰੁਪਈਆ ਉਹਦੇ ਚੋਂ ਨਿਕਲਣਗੇ। ਤੇ ਕਾਲਜਾਂ ਦੇ ਪ੍ਰੋਫੈਸਰਾਂ ਨੂੰ ਦੇਣ ਲਈ ਪੈਸਾ ਹੈ ਨਹੀਂ, ਵਿਦਿਆਰਥੀਆਂ ਤੋਂ, ਮਤਲਬ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਜੋ ਫੀਸਾਂ ਲਈਆਂ ਜਾ ਰਹੀਆਂ। ਮੈਂ ਕਈ ਵਾਰੀ ਕਹਿ ਚੁੱਕਾ ਹਾਂ ਕਿ ਤੁਸੀਂ ਆ ਲੁਧਿਆਣੇ 'ਚ ਬੈਠੇ ਅੱਜ ਆਪਾਂ,
ਲੁਧਿਆਣੇ ਦੇ ਅੰਦਰ 14 ਕਾਲਜ ਨੇ ਸ਼ਹਿਰ 'ਚ ਜੀ 14 ਕਾਲਜਾਂ 'ਚ 14 ਤਰ੍ਹਾਂ ਦੀਆਂ ਫੀਸਾਂ, ਜਦ ਕਿ ਪੰਜਾਬ ਯੂਨੀਵਰਸਿਟੀ ਨੇ ਫੀਸ ਤੈਅ ਕੀਤੀ ਹੋਈ ਹੈ ਕਿ ਜੇ ਤੁਸੀਂ ਹਿਊਮੈਨਿਟੀਜ਼ ਦੇ ਵਿੱਚ ਜਾਣਾ ਆਹ ਫੀਸ ਹੈ, ਕਮਰਸ ਦੇ ਵਿੱਚ ਜਾਣਾ ਆਹ ਫੀਸ ਹੈ, ਸਾਇੰਸ ਸਟਰੀਮ ਦੇ ਵਿੱਚ ਜਾਣਾ ਆਹ ਫੀਸ ਹੈ। ਲੇਕਿਨ ਕੋਈ ਹੈ ਕਿੱਥੇ ਨੇ ਪੰਜਾਬ ਯੂਨੀਵਰਸਿਟੀ ਦੇ 5 ਸੈਨੇਟਰ ਲੁਧਿਆਣੇ ਸ਼ਹਿਰ 'ਚ ਬੈਠੇ ਨੇ। ਜੇ ਤਰੁਣ ਕਈ ਬੋਲ ਸਕਦਾ ਤੇ ਉਹ ਨਹੀਂ ਬੋਲ ਸਕਦੇ? ਜੇ ਬੋਲਦੇ ਨੇ ਤਾਂ ਕਿਉਂ ਨਹੀਂ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਆ ਰਿਹਾ? ਕਿਉਂ ਨਹੀਂ ਉਹ ਵੀਸੀ ਦੇ ਸਾਹਮਣੇ ਧਰਨਾ ਲਾ ਕੇ ਬਹਿ ਜਾਂਦੇ? ਇਹਦਾ ਮਤਲਬ ਸਾਰੀ ਚੋਰ ਕੁੱਤੀ ਰਲੇ ਹੋਏ ਨੇ। ਦੇਖੋ ਜੇ ਹੁਣ ਨਹੀਂ ਕੁਝ ਹੋ ਰਿਹਾ, ਜੇ ਇੱਥੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ, ਜੇ ਮਾਪਿਆਂ ਨੂੰ ਲੁੱਟਿਆ ਜਾ ਰਿਹਾ, ਕਰੋੜਾਂ ਰੁਪਈਆ ਇਦਾਂ ਹੀ ਲੁੱਟ ਕੇ ਲੈ ਗਏ ਆ ਆਪਣੀਆਂ ਮਨਚਾਹੀਆਂ ਫੀਸਾਂ ਲੈ ਕੇ, ਤਾਂ ਫਿਰ ਮੈਨੂੰ ਤਾਂ ਲੱਗਦਾ ਫਿਰ ਸੈਨੇਟਰਸ ਦੱਸਣ, ਜਵਾਬ ਦੇਣ ਸੈਨੇਟਰਸ। ਇਹ ਕਹਿ ਕੇ ਕਿ ਜੀ ਅਸੀਂ ਸੈਨੇਟ 'ਚ ਫਲਾਣੀ ਜਗ੍ਹਾ ਬੋਲੇ ਸੀਗੇ, ਉਸ ਤੋਂ ਬਾਅਦ ਫਿਰ ਅੱਗੇ ਕੀ ਕੀਤਾ, ਪਰਸਿਊ ਕਿੰਨਾ ਕੀਤਾ? ਜੇ ਅਸੀਂ 2 ਸਾਲ ਤੋਂ ਪਰਸਿਊ ਕਰ ਕਰਕੇ ਕੇਸ ਇੱਥੇ ਤੱਕ ਲੈ ਆਏ ਆ, ਜੇ ਗੁਰਮੀਤ ਸਿੰਘ ਮੀਥੇਰ ਨੂੰ ਮਜਬੂਰ ਕੀਤਾ ਵੀ ਕਮੇਟੀ ਬਣਾਓ, ਅਸੀਂ ਚਾਂਸਲਰ ਨੂੰ ਚਿੱਠੀਆਂ ਪਾ ਕੇ ਮਜਬੂਰ ਕੀਤਾ ਕਿ ਕਮੇਟੀ ਬਣਾਓ, ਅਸੀਂ ਡਾਕਟਰ ਜਸਪਾਲ ਸਿੰਘ ਨੂੰ ਮਜਬੂਰ ਕੀਤਾ ਕਿ ਕਮੇਟੀ ਬਣਾਓ, ਤਾਂ ਫਿਰ ਇਹ ਸੈਨੇਟਰਸ ਕਿਉਂ ਨਹੀਂ ਕਮੇਟੀਆਂ ਬਣਾ ਸਕਦੇ? ਕੀ ਕਰ ਰਹੇ ਨੇ ਸੈਨੇਟ ਮੈਂਬਰਸ? ਇਸ ਸ਼ਹਿਰ ਦੇ ਵਿੱਚ 5 ਸੈਨੇਟਰ ਬੈਠੇ, ਮੈਂ ਕਹਿ ਰਿਹਾ, ਤੇ ਕੀ ਉਹਨਾਂ ਨੂੰ ਨਹੀਂ ਪਤਾ ਵੀ ਇਹਨਾਂ 14 ਕਾਲਜਾਂ ਦੇ ਵਿੱਚ ਕੀ ਚੱਲਦਾ ਪਿਆ, ਕਿੰਨਾ ਕੁ ਧੱਕਾ ਹੁੰਦਾ ਪਿਆ? ਮੈਨੂੰ ਤੁਸੀਂ ਇੱਥੇ 2 ਤੋਂ ਵੱਧ ਕਾਲਜਾਂ ਦੇ ਵਿੱਚ ਦੱਸ ਦਿਓ ਕਿਸੇ ਵੀ ਪ੍ਰੋਫੈਸਰ ਨੂੰ ਪੂਰਾ ਸਕੇਲ ਮਿਲਦਾ ਹੋਵੇ। ਤੇ ਫਿਰ ਪ੍ਰੋਫੈਸਰਾਂ ਦੀ ਜਥੇਬੰਦੀ ਜਦੋਂ ਤੁਸੀਂ ਬੋਲਦੇ ਹੋ ਜੀ, ਗੱਲ ਕਰਦੇ ਹੋ ਜੀ, ਅਨਐਡਡ ਕਾਲਜ ਐਸੋਸੀਏਸ਼ਨ ਦੀ ਗੱਲ ਕਰਦੇ ਹੋ ਜੀ, ਤਾਂ ਤੁਹਾਡੀ ਗੱਲ ਦਾ ਜਵਾਬ ਕੀ ਹੁੰਦਾ? ਇਹਨਾਂ ਕੋਲੇ ਅੱਖਾਂ ਇਹਨਾਂ ਦੀਆਂ ਨੀਵੀਆਂ ਹੁੰਦੀਆਂ ਕਿ ਨਹੀਂ? ਕਿਹਨਾਂ ਦੀਆਂ ਜੀ? ਜਿਹੜੇ ਅਥਾਰਟੀ ਹੈ। ਅਥਾਰਟੀ ਜੇ ਦੇਖੋ ਤੁਸੀਂ ਤਾਂ ਨਾਲ ਡਾਕੂਮੈਂਟ ਦੇ ਆਧਾਰ ਤੇ ਗੱਲ ਕਰ ਰਹੇ ਹੋ। 1.5 ਸਾਲ ਤੋਂ ਬੋਲ ਰਹੇ ਹਾਂ ਜੀ ਮੈਂ, 1.5 ਸਾਲ ਤੋਂ ਸਾਡੀ ਜਥੇਬੰਦੀ ਬੋਲ ਰਹੀ ਹੈ। ਅੱਜ ਤੱਕ ਕਿਸੇ ਨੇ ਕਿਹਾ ਵੀ ਗਲਤ ਬੋਲਿਆ? ਇੱਕ ਵੀ ਕਿਸੇ ਨੇ ਸ਼ਬਦ ਕਿਹਾ ਵੀ ਇਹਨਾਂ ਨੇ ਗਲਤ ਬੋਲਿਆ? ਪਤਾ ਹੈ ਕਿ ਕਾਗਜ਼ ਅੱਗੇ ਰੱਖੇ ਹੁੰਦੇ ਆ ਤੇ ਉੱਤੇ ਗੱਲ ਕਰਦੇ ਆ। ਈਵਨ ਅਸੀਂ ਰਿਫਾਰਮਸ ਦੀ ਵੀ ਗੱਲ ਕੀਤੀ, ਇਹ ਨਹੀਂ ਵੀ ਸਿਰਫ ਕਾਲਜਾਂ ਨੂੰ ਅਸੀਂ ਇਹੀ ਹੈ ਵੀ ਇਹ ਗਲਤ ਕਰ ਰਹੇ ਫਲਾਂ ਕਰ ਰਹੇ ਆ। ਸਾਡੀ ਇੱਕ ਮੀਟਿੰਗ 20 ਅਕਤੂਬਰ 2022 ਨੂੰ ਹੋਈ ਸੀਗੀ ਪੰਜਾਬ ਭਵਨ ਦੇ ਵਿੱਚ ਸਰਕਾਰ ਦੇ ਨਾਲ। ਸਾਨੂੰ ਰਿਫਾਰਮਸ ਪੁੱਛੇ ਗਏ, ਉੱਥੇ ਪ੍ਰਿੰਸੀਪਲ ਸੈਕਟਰੀ ਵੀ ਸੀ, DPI ਸਾਹਿਬ ਵੀ ਸੀ, DDPI ਸਾਰੇ ਬੈਠੇ ਸੀਗੇ। ਅਸੀਂ ਕਿਹਾ ਜੀ ਵੀ ਪੰਜਾਬ ਦੇ ਕਾਲਜਾਂ ਦੇ ਵਿੱਚ ਜਿਹੜੀਆਂ ਮੈਨੇਜਮੈਂਟਾਂ ਰੌਲਾ ਪਾਉਂਦੀਆਂ, ਅੱਜ 1 ਸਾਲ ਨੂੰ ਹੋ ਗਿਆ ਅਸੀਂ ਅਕਤੂਬਰ 'ਚ ਖੜੇ ਹਾਂ। ਬਿਲਕੁਲ, ਉਹ ਕਹਿੰਦੇ ਸੀ ਵੀ ਇੱਕ ਵਿੱਤੀ ਸੰਕਟ ਹੈ, ਵਿੱਤੀ ਸੰਕਟ ਹੈ, ਵੀ ਇਹਨੂੰ ਕਿੱਦਾਂ ਦੂਰ ਕੀਤਾ ਜਾ ਸਕਦਾ। ਪਰ ਤੁਸੀਂ ਤਾਂ ਉਲਟਾ ਉਹਨਾਂ ਨੂੰ ਸਲਾਹ ਦੇ ਰਹੇ ਹੋ ਵੀ ਤੁਹਾਡੇ ਕੋਲੇ ਪੈਸੇ ਆ ਜਾਣਗੇ। ਐਗਜ਼ੈਕਟਲੀ, ਅਸੀਂ ਹੋਰ ਦੱਸਿਆ ਜੀ, ਅਸੀਂ ਕਿਹਾ ਵੀ ਜਿਹੜੀਆਂ ਮੈਨੇਜਮੈਂਟਾਂ ਰੌਲਾ ਪਾਉਂਦੀਆਂ ਨੇ ਤੁਹਾਡੇ ਕਾਲਜਾਂ ਦੇ ਵਿੱਚ ਇਸ ਟਾਈਮ ਜਿਹੜੇ ਅਨਏਡਡ ਪੋਸਟਾਂ ਤੇ ਜਿਨ੍ਹਾਂ ਨੂੰ ਮੈਨੇਜਮੈਂਟ ਪੈਸਾ ਦੇ ਰਹੀਆਂ ਨੇ, ਰੈਗੂਲਰ ਟੀਚਰਸ ਨੇ, 15 20 ਸਾਲ ਦੀ ਸਰਵਿਸ ਹੋ ਗਈ ਹੈ, ਉਹਨਾਂ ਨੂੰ ਉਹਦੇ ਲਈ ਅਸੀਂ ਇੱਕ ਪ੍ਰਪੋਜ਼ਲ ਲੈ ਕੇ ਆਏ। ਤੁਹਾਡੇ ਕੋਲ ਲਗਭਗ 1300 ਟੀਚਰ ਨੇ ਜਿਹੜੇ ਸੈਲਫ ਫਾਈਨਾਂਸ ਪੋਸਟਾਂ ਤੇ ਕੰਮ ਕਰਦੇ। ਅਸੀਂ ਕਿਹਾ ਬਈ ਸਰਕਾਰ ਦੇ ਕੋਲ ਇਸ ਟਾਈਮ 1400 ਦੇ ਲਗਭਗ ਪੋਸਟਾਂ ਜਿਹੜੀਆਂ ਨੇ ਉਹ ਖਾਲੀ ਪਈਆਂ ਨੇ, ਏਡਡ ਪੋਸਟਾਂ, ਤੁਸੀਂ ਇਹਨਾਂ ਨੂੰ ਕਨਵਰਟ ਕਰ ਦਿਓ ਜੀ। ਮਿਨਿਸਟਰ ਸਾਹਿਬ ਕਹਿਣ ਲੱਗੇ ਇਹ ਕਿੱਦਾਂ ਕਨਵਰਟ ਹੋਣਗੀਆਂ, ਲੋਕ ਤਾਂ ਕੋਰਟ 'ਚ ਚਲੇ ਜਾਣਗੇ। ਮੈਂ ਕਿਹਾ ਜੀ ਆਹ ਕੋਰਟ ਦੇ ਆਰਡਰ ਨੇ, ਆ ਕੋਰਟ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਕਿ ਜੇ ਸੈਲਫ ਫਾਈਨਾਂਸ ਪੋਸਟ ਤੇ ਬੰਦਾ ਕੰਮ ਕਰਦਾ ਤੇ ਉਹਨੂੰ ਤੁਸੀਂ ਡਾਇਰੈਕਟਲੀ ਕਨਵਰਟ ਕਰ ਸਕਦੇ ਹੋ। ਸ਼ਰਤ ਇਹ ਹੈ ਕਿ ਉਹਦੇ ਕੋਲ ਉਸ ਕੰਸਰਨਡ ਯੂਨੀਵਰਸਿਟੀ ਦੀ ਅਪਰੂਵਲ ਹੋਣੀ ਚਾਹੀਦੀ। ਤੁਸੀਂ ਕਾਨੂੰਨੀ ਤੌਰ ਦੇ ਉੱਤੇ ਵੀ ਸਰਕਾਰ ਨੂੰ ਰਾਏ ਦਿੱਤੀ ਔਰ ਸਮਾਂ ਵੀ ਉਹਨਾਂ ਦਾ ਬਚਾ ਦਿੱਤਾ ਔਰ ਰਸਤਾ ਵੀ ਦੱਸਿਆ। ਅਸੀਂ ਕਿਹਾ ਜੀ ਇਹਦੇ ਨਾਲ ਫਾਇਦਾ ਕੀ ਹੋਣਾ? ਟੀਚਰਸ ਜਿਹੜੇ ਆ ਉਹ ਗ੍ਰਾਂਟ ਇਨ ਏਡ ਪੋਸਟ ਦੇ ਵਿੱਚ ਆ ਜਾਣਗੇ, ਮੈਨੇਜਮੈਂਟਾਂ ਦਾ ਖਰਚਾ ਬਚ ਜਾਊਗਾ। ਕਿਉਂ? ਜਿਹੜਾ ਪੈਸਾ ਅੱਜ ਮੈਨੇਜਮੈਂਟਾਂ ਨੂੰ ਦੇਣਾ ਪੈ ਰਿਹਾ, ਠੀਕ ਹੈ ਨਾ, ਉਹ ਪੈਸਾ ਸਰਕਾਰ ਦੇ ਪਾਸੋਂ ਆਉਣਾ ਸ਼ੁਰੂ ਹੋ ਜਾਣਾ। ਤੇ ਮਿਨਿਸਟਰ ਸਾਹਿਬ ਨੇ ਕਿਹਾ ਸਰਕਾਰ ਨੂੰ ਫਾਇਦਾ ਕੀ ਹੈ? ਮੈਂ ਕਿਹਾ ਜੀ ਬਿਲਕੁਲ ਠੀਕ ਹੈ। ਮੈਂ ਕਿਹਾ ਸਰ ਇਹ ਜਿਹੜਾ 1300 ਬੰਦਾ ਜਦੋਂ ਇਸ ਖਾਤੇ ਚੋਂ ਨਿਕਲ ਕੇ ਸਰਕਾਰ ਦੇ ਖਾਤੇ 'ਚ ਆ ਜਾਣਾ, ਇਹਨਾਂ ਚੋਂ 70% ਲੋਕ ਅੱਜ PhD ਕੀਤੀ ਹੋਈ, ਇਹਨਾਂ ਦਾ ਇੰਨਾ ਰਿਸਰਚ ਵਰਕ ਹੈ, ਇਹਨਾਂ ਨੇ UGC ਦੇ ਮੇਜਰ ਪ੍ਰੋਜੈਕਟਸ, ਮਾਈਨਰ ਪ੍ਰੋਜੈਕਟਸ ਲਏ ਹੋਏ ਨੇ। ਜਿੱਦਣ ਇਹ ਤੁਹਾਡੇ ਖਾਤੇ 'ਚ ਚੜ ਜਾਣੇ ਆ ਤੇ ਤੁਹਾਡਾ ਮਹਿਕਮਾ ਜਿਹੜਾ ਅੱਜ 20ਵੇਂ ਤੋਂ ਉੱਪਰ ਨੰਬਰ ਤੇ ਚੱਲ ਰਿਹਾ ਇੰਡੀਆ ਦੇ ਵਿੱਚ, ਇਹ ਪਹਿਲੇ 10 ਦੇ ਵਿੱਚ ਆ ਜਾਣਾ। ਬਿਲਕੁਲ, ਇਹਦੇ 'ਚ ਹਿੰਗ ਲੱਗੀ ਨਾ ਫਟਕੜੀ, ਤੁਹਾਡਾ ਇੱਕ ਪੈਸਾ ਖਰਚ ਨਹੀਂ ਹੋਣਾ। ਪੋਸਟਾਂ ਵੇਕੈਂਟ ਪਈਆਂ ਨੇ, ਕੋਰਟ ਆਗਿਆ ਦੇ ਰਹੀ ਹੈ, ਆਲਰੇਡੀ 20 ਤੋਂ 25 ਬੰਦੇ ਤੁਹਾਡਾ DPI ਮਹਿਕਮਾ ਕਨਵਰਟ ਕਰ ਚੁੱਕਾ, ਤੇ ਇਹ ਤਾਂ ਪ੍ਰਪੋਜ਼ਲ ਬਹੁਤ ਵਧੀਆ। ਔਰ ਅਸੀਂ ਸਿਰਫ ਸਰਕਾਰ ਨਾਲ ਨਹੀਂ, ਮੈਨੇਜਮੈਂਟ ਫੈਡਰੇਸ਼ਨ ਨਾਲ ਵੀ ਇਹਦੇ ਤੇ ਗੱਲ ਕੀਤੀ, ਉਹ ਵੀ ਹੈਰਾਨ ਸੀਗੇ ਵੀ ਇਹ ਤਾਂ ਕਮਾਲ ਹੋ ਜੂ। ਤੇ ਮੈਨੂੰ ਇੱਕੋ ਹੀ ਸਵਾਲ ਕੀਤਾ ਮੈਨੇਜਮੈਂਟ ਫੈਡਰੇਸ਼ਨ ਨੇ, ਕੀ ਸਰਕਾਰ ਮੰਨ ਜੂ? ਮੈਂ ਕਿਹਾ ਜੀ ਆਹ ਸਾਡੇ ਕੋਲ ਫਾਈਲ ਹੈ, 39 ਪੇਜ ਦੀ ਰਿਪੋਰਟ ਹੈ ਜਿਹੜੀ ਸਰਕਾਰ ਨੂੰ ਅਸੀਂ ਜਮ੍ਹਾਂ ਕਰਾ ਚੁੱਕੇ ਹਾਂ, ਔਰ ਆਹ ਸਰਕਾਰ ਦੀ ਰਸੀਦ ਹੈ ਸਾਡੇ ਕੋਲ। ਇਹ ਇਸ ਟਾਈਮ ਫਾਈਨਾਂਸ ਦੇ ਕੋਲ ਪਈ ਹੈ, ਫਾਈਨਾਂਸ ਡਿਪਾਰਟਮੈਂਟ ਦੇ ਵਿੱਚ। ਸੋ ਅਸੀਂ ਚਾਹੁੰਦੇ ਹਾਂ ਚੀਫ ਮਿਨਿਸਟਰ ਸਾਹਿਬ ਨੂੰ ਮਿਲਣਾ ਕਿ ਇੱਕ ਵੱਡਾ ਰਿਫਾਰਮ ਹੋਏਗਾ ਪੰਜਾਬ ਦੇ ਵਿੱਚ, ਕਿ ਮੈਨੇਜਮੈਂਟਾਂ ਦੀਆਂ ਸਮੱਸਿਆਵਾਂ ਵੀ ਮੁੱਕ ਜਾਣਗੀਆਂ, ਟੀਚਰਸ ਦੀਆਂ ਵੀ ਮੁੱਕ ਜਾਣਗੀਆਂ, ਔਰ ਸਰਕਾਰ ਜਿਹੜੀ ਹੈਗੀ ਉਹਨੂੰ ਪੈਸਾ ਕੋਈ ਨਹੀਂ ਦੇਣਾ ਪੈਣਾ, ਕਿਉਂਕਿ ਪੈਸਾ ਤਾਂ ਉਹਨਾਂ ਨੇ ਵੈਸੇ ਹੀ ਦੇਣਾ। 1400 ਪੋਸਟਾਂ ਵੇਕੈਂਟ ਪਈਆਂ ਨੇ। ਇਹਦੇ 'ਚ ਹੁਣ ਜੇ ਸਰਕਾਰ ਤੁਹਾਨੂੰ ਗੱਲ ਪੁੱਛਦੀ ਹੈ ਜੀ, ਤਾਂ ਉਹ ਪਿਛਲੀਆਂ ਸਰਕਾਰਾਂ ਦੇ ਵੀ ਉਂਗਲ ਉੱਠਦੀ ਹੈ। ਦੇਖੋ ਪਿਛਲੀਆਂ ਸਰਕਾਰਾਂ ਦੇ ਵਿੱਚ ਤਾਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ, ਅਸੀਂ ਮੰਨ ਕੇ ਚੱਲਦੇ ਹਾਂ। ਮਤਲਬ ਇਹ 78 ਤੋਂ ਗ੍ਰਾਂਟ ਇਨ ਏਡ ਸਕੀਮ ਸ਼ੁਰੂ ਹੈ ਤੇ ਹੁਣ ਤੱਕ ਤੁਸੀਂ ਦੇਖ ਲਓ
ਆ ਜਿਹੜਾ ਇੱਥੇ ਤੱਕ ਅਸੀਂ ਪਹੁੰਚੇ ਆ ਮਾੜੇ ਹਾਲਾਤਾਂ ਦੇ ਵਿੱਚ, ਇਹ ਉਹਨਾਂ ਦੀਆਂ ਜਿਹੜੀਆਂ ਪਾਲਿਸੀ ਸੀਗੀਆਂ, ਮਾੜੀਆਂ ਪਾਲਿਸੀ ਸੀਗੇ, ਉਹਦੇ ਹਾਲਾਤ ਨੇ, ਉਹਦਾ ਅਸੀਂ ਭੁਗਤ ਰਹੇ ਹਾਂ। ਪਰ ਜੇ ਮੈਂ ਕਹਾਂ ਵੀ 1.5 ਸਾਲ 'ਚ ਆ ਕੇ ਇਸ ਸਰਕਾਰ ਨੇ ਕੁਝ ਸਾਨੂੰ ਲੱਗੇ ਤਾਂ ਸਹੀ ਵੀ ਇਹ ਸਰਕਾਰ ਤੁਰੀ ਹੈ, ਸਾਨੂੰ ਤਾਂ ਉਹ ਵੀ ਨਹੀਂ ਨਜ਼ਰ ਆ ਰਿਹਾ। ਕਈ ਸਾਹਿਬ 2 ਮੰਤਰੀ ਬਦਲ ਗਏ ਜੀ, ਮੁੱਖ ਮੰਤਰੀ ਤੱਕ ਤੁਸੀਂ ਮੀਟਿੰਗ ਵੀ ਕਰ ਲਈ, ਨਹੀਂ ਮੁੱਖ ਮੰਤਰੀ ਸਾਹਿਬ ਤੋਂ ਮੀਟਿੰਗ ਮੰਗ ਰਹੇ ਹਾਂ ਜੀ, ਤੇ ਦੂਜੇ ਪਾਸੇ ਤੁਸੀਂ ਗੱਲ ਕਰ ਰਹੇ ਹੋ ਕਿ ਉਪ ਰਾਸ਼ਟਰਪਤੀ ਤੱਕ ਪਹੁੰਚ ਕਰਨ ਜੀ। ਹੁਣ ਇਹ ਮਸਲਾ ਹੱਲ ਕਿਵੇਂ ਹੋਊਗਾ? ਸਰਕਾਰ ਨੂੰ, ਸਰਕਾਰ ਦੇ ਕੰਨਾਂ ਤੱਕ ਇਹ ਗੱਲ ਨਹੀਂ ਪਹੁੰਚ ਰਹੀ ਜੀ, ਜਾਂ ਮੁੱਖ ਮੰਤਰੀ ਇੱਕ ਪਾਸੇ ਬਦਲਾਅ ਦੀ ਗੱਲ ਕਰਦੇ ਨੇ ਜੀ, ਤੇ ਦੂਜੇ ਪਾਸੇ ਜਿੱਦਾਂ ਤੁਸੀਂ ਦੱਸਿਆ ਕਿ ਮੀਤ ਹੇਅਰ ਨੇ ਨੋਟ ਕਰ ਦਿੱਤਾ, ਲਿਖ ਦਿੱਤਾ ਜਦੋਂ ਮਹਿਕਮਾ ਛੱਡਿਆ, ਹਰਜੋਤ ਬੈਂਸ ਨੂੰ ਜਦੋਂ ਤੁਸੀਂ ਦੱਸ ਦਿੱਤਾ, ਔਰ ਦੂਜੇ ਪਾਸੇ ਮੈਨੇਜਮੈਂਟ ਐਸੋਸੀਏਸ਼ਨ ਨੂੰ ਵੀ ਤੁਸੀਂ ਤਸੱਲੀ ਕਰਾ ਦਿੱਤੀ, ਔਰ ਜਦੋਂ ਕੇਂਦਰ ਸਰਕਾਰ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਗੱਲ ਕਰਦੀ ਹੈ ਤਾਂ ਪੈਸਾ ਤਾਂ ਕੇਂਦਰ ਤੋਂ ਆਉਣਾ ਹੈ, ਸਰਕਾਰ ਦੇ ਤਾਂ ਕੋਈ ਬੋਝ ਪੈਣਾ ਨਹੀਂ ਇਹਦੇ 'ਚ। ਜੀ ਨਹੀਂ, ਜਿਹੜੀਆਂ ਸਰ ਗ੍ਰਾਂਟ ਇਨ ਏਡ ਦੀਆਂ ਪੋਸਟਾਂ ਨੇ ਸਾਡੀਆਂ, ਉਹਨਾਂ ਦਾ ਪੈਸਾ ਤਾਂ ਪੰਜਾਬ ਸਰਕਾਰ ਨੇ ਹੀ ਦੇਣਾ, ਤੇ ਇਹ ਵੇਕੈਂਟ ਪੋਸਟ ਹੈ, ਵੈਸੇ ਵੀ ਭਰਤੀ ਹੋਣੀ ਹੈ, ਸਰਕਾਰ ਨੂੰ ਤਾਂ ਪੈਸਾ ਦੇਣਾ ਹੀ ਪੈਣਾ। ਇਹ ਵੀ ਹੋ ਸਕਦਾ ਮੁੱਖ ਮੰਤਰੀ ਦੇ ਕੰਨ ਪਹਿਲਾਂ ਹੀ ਭਰ ਦਿੱਤੇ ਹੁਣ ਵੀ ਆਪਣੇ ਕੋਲੇ ਤਾਂ ਪੈਸੇ ਨਹੀਂ ਹੈ ਤੇ ਤੁਸੀਂ ਇੱਕ ਵਾਰੀ ਥੋੜਾ ਜਿਹਾ ਡਿਲੇ ਕਰੋ। ਕਮਾਲ ਇਸ ਪ੍ਰਪੋਜ਼ਲ ਦੀ ਕਮਾਲ ਇਹ ਹੈ, ਅਸੀਂ ਮਿਨਿਸਟਰ ਸਾਹਿਬ ਨੂੰ ਕਿਹਾ 1 ਰੁਪਈਆ ਵੀ ਤੁਹਾਡਾ ਖਰਚ ਨਹੀਂ ਹੋਣਾ ਇਹਦੇ 'ਚ, 1 ਰੁਪਈਆ ਵੀ। ਜਦੋਂ ਅਸੀਂ ਸਾਰੀ ਪ੍ਰਪੋਜ਼ਲ ਸਮਝਾਈ ਵੀ ਜੀ ਕਾਹਦਾ ਰੁਪਈਆ, ਇਹ ਤਾਂ ਪੋਸਟਾਂ ਵੈਸੇ ਹੀ ਤੁਸੀਂ ਭਰਨੀਆਂ, ਤੇ ਜਿਹੜੇ ਬੰਦੇ ਆਲਰੇਡੀ 10-10 15-15 ਸਾਲ ਦੇ ਧੱਕੇ ਖਾ ਕੇ ਬੈਠੇ ਨੇ ਉੱਥੇ, ਤੁਸੀਂ ਉਹਨਾਂ ਨੂੰ ਕਨਵਰਟ ਕਰਨਾ, ਔਰ ਹਾਈ ਕੋਰਟ ਤੁਹਾਨੂੰ ਇਹਦੀ ਆਗਿਆ ਦੇ ਰਹੀ ਹੈ, ਉਹਦੀਆਂ ਜੱਜਮੈਂਟਸ ਨੇ ਸਾਡੇ ਕੋਲ, ਤੁਸੀਂ ਇਹਨੂੰ ਕਾਨੂੰਨੀ ਮਾਹਰਾਂ ਕੋਲੋਂ ਪਤਾ ਕਰਵਾ ਲਓ, ਤੁਸੀਂ ਆਪਣੇ ਡਿਪਾਰਟਮੈਂਟ ਤੋਂ ਪਤਾ ਕਰਾ ਲਓ। ਸੋ ਉਹ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਪ੍ਰਪੋਜ਼ਲ ਬਣਾ ਕੇ ਭੇਜੋ, ਇਹ ਪ੍ਰਪੋਜ਼ਲ ਗਈ ਹੋਈ ਹੈ। ਅਨਐਡਡ ਕਾਲਜ ਐਸੋਸੀਏਸ਼ਨ ਦੇ ਤੁਸੀਂ ਸਪੋਕਸਮੈਨ ਹੋ, ਅਗਲੀ ਰਣਨੀਤੀ ਕੀ ਹੋਏਗੀ ਜੇ ਮੁੱਖ ਮੰਤਰੀ ਸਾਹਿਬ ਵੀ ਸਮਾਂ ਨਹੀਂ ਦਿੰਦੇ? ਗਵਰਨਰ ਸਾਹਿਬ ਆ ਰਹੇ ਨੇ ਪੰਜਾਬ ਦੇ ਵਿੱਚ, ਔਰ ਚਾਂਸਲਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਤੱਕ ਵੀ ਤੁਸੀਂ ਦਰਵਾਜ਼ਾ ਖੜਕਾਇਆ ਜੀ। ਦੇਖੋ, ਗਵਰਨਰ ਸਾਹਿਬ ਤੱਕ ਤਾਂ ਅਸੀਂ ਹੁਣ ਟਾਈਮ ਮੰਗਿਆ ਉਹਨਾਂ ਤੋਂ ਮਿਲਣ ਦਾ। ਗਵਰਨਰ ਸਾਹਿਬ ਨੂੰ ਦੱਸਣਾ ਚਾਹਾਂਗੇ ਕਿਉਂਕਿ ਪਿੱਛੇ ਕੁਝ ਮੁੱਦਿਆਂ ਤੇ ਗਵਰਨਰ ਸਾਹਿਬ ਦੀ ਜਿਹੜੀ ਸੰਜੀਦਗੀ ਹੈ ਸਾਨੂੰ ਨਜ਼ਰ ਆਈ ਹੈ, ਖਾਸ ਕਰਕੇ ਜਦੋਂ ਵੀਸੀਜ਼ ਦੀ ਅਪਾਇੰਟਮੈਂਟ ਹੁੰਦੀ ਸੀਗੀ ਤਾਂ ਉਹ ਕਹਿੰਦੇ ਸੀ ਜੀ ਫਲਾਂ ਵੀਸੀ ਹੈ ਜਾਂ ਉਹ ਹੈ। ਤਾਂ ਅਸੀਂ ਚਾਹੁੰਦੇ ਹਾਂ ਵੀ ਜੇ ਉਹ ਯੂਨੀਵਰਸਿਟੀਜ਼ ਦੇ ਵਿੱਚ ਇੰਟਰਸਟ ਲੈ ਰਹੇ ਨੇ, ਸੰਬੰਧਿਤ ਕਾਲਜਾਂ ਦੇ ਵਿੱਚੋਂ ਇੰਟਰਸਟ ਲੈ ਰਹੇ ਆ, ਤੇ ਫਿਰ ਇਹ ਤਾਂ ਵੱਡਾ ਮੁੱਦਾ। ਔਰ UGC ਪੰਜਾਬ ਦੀ ਤਾਂ ਹੈ ਨਹੀਂ, ਕੇਂਦਰ ਦੀ ਬਾਡੀ ਹੈ, ਕੇਂਦਰ ਦੇ ਰੂਲਸ ਨੇ। ਕਿ ਕੇਂਦਰ ਦੇ ਰੂਲਸ ਨੂੰ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਉਹ ਮਾਨਤਾ ਨਹੀਂ ਦੇ ਰਹੀ ਹੈ? ਕਿ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਹਰ ਮਹੀਨੇ ਆ ਜਿਹੜੇ ਇਨਐਲੀਜੀਬਲ ਲੋਕ ਨੇ ਉਹ ਪੈਸਾ ਲਈ ਜਾ ਰਹੇ ਆ, ਉਹਨਾਂ ਦੇ ਉੱਪਰ ਕੋਈ ਚੈੱਕ ਨਹੀਂ ਲੱਗ ਰਿਹਾ, ਔਰ ਐਲੀਜੀਬਲ ਲੋਕ ਘਰ ਬੈਠੇ ਨੇ। ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਕਿ ਬੱਚਿਓ ਪੜ੍ਹੋ ਲਿਖੋ, ਤੁਹਾਨੂੰ ਨੌਕਰੀਆਂ ਮਿਲਣਗੀਆਂ, ਐਲੀਜੀਬਲ ਲੋਕ ਘਰ ਬੈਠੇ ਨੇ, ਤੇ ਜਿਹੜੇ ਚਹੇਤੇ ਲੋਕ ਨੇ ਉਹ ਪ੍ਰਮੋਸ਼ਨਾਂ ਲੈ ਕੇ ਬੈਠੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਪੈਨਲਸ ਨਾ ਆਣ, ਅਸੀਂ ਇਹ ਕਹਿੰਦੇ ਹਾਂ ਪੈਨਲ ਆਣ, ਪਰ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਨੇ ਉਹ ਪਹਿਲਾਂ ਐਕਸਪੋਜ਼ ਹੋਣ। ਤੁਸੀਂ 12-12 14-14 ਲੱਖ ਰੁਪਈਆ ਉਹਨਾਂ ਨੂੰ ਦੇ ਚੁੱਕੇ ਹੋ, ਉਹਦੀ ਰਿਕਵਰੀ ਦਿਖਾਓ ਕਿੱਥੇ ਪਈ ਹੈ। ਤੁਸੀਂ ਦੇਖੋ ਨਾ, ਇਸ ਟਾਈਮ ਪੰਜਾਬ ਦੇ ਕਾਲਜਾਂ 'ਚ ਜਿਹੜੇ ਇਨਐਲੀਜੀਬਲ ਪ੍ਰਿੰਸੀਪਲਸ ਦਾ ਇਸ਼ੂ ਹੈਗਾ, ਗ੍ਰਾਂਟ ਬੰਦ ਹੈ ਪੰਜਾਬ ਸਰਕਾਰ ਵੱਲੋਂ। ਸਰਕਾਰ ਨੇ ਇੱਥੇ ਤੱਕ ਵੀ ਕੀਤਾ, ਇਹ ਉਦੋਂ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਉਹਨਾਂ ਨੇ ਗ੍ਰਾਂਟ ਬੰਦ ਕੀਤੀ ਹੋਈ ਹੈ ਕਈ ਪ੍ਰਿੰਸੀਪਲਸ ਦੀ। ਮੈਨੇਜਮੈਂਟਾਂ ਕੋਲੋਂ ਦੇ ਰਹੀਆਂ ਨੇ। ਮਕੇਰੀਆਂ SPN ਕਾਲਜ ਹੈ, ਉਹਦੀ ਗ੍ਰਾਂਟ ਬੰਦ ਹੋਈ ਹੈ ਪ੍ਰਿੰਸੀਪਲ ਦੀ। ਇਹਦਾ ਕਾਰਨ ਕੀ ਹੈ ਜੀ? ਇਹ ਤਾਂ ਹੁਣ ਮੈਨੇਜਮੈਂਟਾਂ ਨੂੰ ਪਤਾ ਹੋਏਗਾ ਜੀ। ਇੱਕ ਪਾਸੇ ਮੈਨੇਜਮੈਂਟਾਂ ਕਹਿੰਦੀਆਂ ਸਾਡੇ ਕੋਲ ਪੈਸਾ ਹੈ ਨਹੀਂ, ਸਰਕਾਰ ਦੀ ਗ੍ਰਾਂਟ ਬੰਦ ਤੋਂ ਬਾਅਦ ਉਹ ਸਰਕਾਰ ਨੂੰ ਵੀ ਟਿੱਚ ਜਾਣਦੀਆਂ ਨੇ ਵੀ ਜੋ ਕਰਨਾ ਸਰਕਾਰ ਕਰ ਲੈ, ਇਸ ਤਾਂ ਪੱਲਿਓਂ ਦਵਾਂਗੇ, ਲੇਕਿਨ ਅਸੀਂ ਆਪਣੀ ਮਰਜ਼ੀ ਦਾ ਹੀ ਬੰਦਾ ਲਿਆਵਾਂਗੇ, ਚਾਹੇ ਉਹ ਇਨਐਲੀਜੀਬਲ ਹੈ, ਚਾਹੇ ਉਹ ਪੈਨਲ ਦੇ ਥਰੂ ਬਣਿਆ, ਚਾਹੇ ਨਹੀਂ ਬਣਿਆ, ਲੇਕਿਨ ਅਸੀਂ ਆਪਣੀ ਮਰਜ਼ੀ ਵਾਲਾ ਬੰਦਾ ਲੈ ਕੇ ਆਵਾਂਗੇ। ਸੋ ਇਸ ਕਰਕੇ ਅਸੀਂ ਜੋ ਸਾਡੀ ਜਥੇਬੰਦੀ ਦੀ ਸੋਚ ਹੈ ਕਿ ਇਸ ਸਾਰੇ ਮੁੱਦੇ ਨੂੰ, ਹਾਇਰ ਐਜੂਕੇਸ਼ਨ ਨੂੰ ਜੇ ਪੰਜਾਬ ਦੇ ਵਿੱਚ ਆਪਾਂ ਵਾਕਈ ਅਪਲਿਫਟਮੈਂਟ ਵੱਲ ਲੈ ਕੇ ਜਾਣਾ ਹੈ ਤਾਂ ਉਹਦੀ ਅਪਲਿਫਟਮੈਂਟ ਦੇ ਲਈ ਤਿੰਨੋਂ ਧਿਰਾਂ, ਟੀਚਰਸ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਮੂਹਰੇ ਲਿਆਉਂਦੇ ਹਾਂ ਜੀ, ਸਾਡਾ ਰੋਲ ਕੀ ਹੈ। ਸੈਕੰਡਲੀ ਮੈਨੇਜਮੈਂਟਸ, ਠੀਕ ਹੈ ਨਾ, ਕਿਉਂਕਿ ਜਿਹੜੀਆਂ ਮੈਨੇਜਮੈਂਟਸ ਜਦੋਂ ਇਹਨਾਂ ਦੇ ਪੁਰਖਿਆਂ ਨੇ ਕਾਲਜ ਖੋਲ੍ਹੇ ਸੀਗੇ ਉਦੋਂ ਮਨਸ਼ਾਵਾਂ ਹੋਰ ਸੀਗੀਆਂ, ਬਿਲਕੁਲ ਉਦੋਂ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਸੀਗਾ, ਉਦੋਂ ਕਦੀ ਨਹੀਂ ਸੀ ਹੁੰਦਾ। 95-96 ਤੱਕ ਤਾਂ ਸਰ ਅਸੀਂ ਕਦੀ ਸੁਣਿਆ ਹੀ ਨਹੀਂ, ਜੇ ਐਡਹੌਕ ਤੇ ਵੀ ਟੀਚਰ ਕੰਮ ਕਰਦਾ ਸੀ ਨਾ ਪੂਰੀ ਤਨਖਾਹ ਦਿੱਤੀ ਜਾਂਦੀ ਸੀ, ਪੂਰਾ ਸਕੇਲ ਦਿੱਤਾ ਜਾਂਦਾ ਸੀ। ਤਾਂ ਹੀ ਉਹ ਇਹ ਪ੍ਰੋਫੈਸ਼ਨ ਸੀ ਵੀ ਯਾਰ ਇਹਦੇ 'ਚ ਜਾਓ, ਇਸ ਪ੍ਰੋਫੈਸ਼ਨ ਦੇ ਵਿੱਚ ਨੋਬਲ ਪ੍ਰੋਫੈਸ਼ਨ ਹੈ, ਕੋਈ ਤਨਖਾਹਾਂ ਦਾ ਰੌਲਾ ਨਹੀਂ, ਕੋਈ ਧਰਨੇ ਮੁਜ਼ਾਹਰੇ ਨਹੀਂ ਹੈ, ਲੋਕੀ ਇਹਦੇ ਵਿੱਚ ਜਾਂਦੇ ਸੀਗੇ। ਲੇਕਿਨ 96 ਤੋਂ ਬਾਅਦ, ਖਾਸ ਕਰਕੇ 91 ਤੋਂ ਜਦੋਂ ਲਿਬਰਲਾਈਜੇਸ਼ਨ ਦਾ ਦੌਰ ਆਇਆ ਹਿੰਦੁਸਤਾਨ ਦੇ ਵਿੱਚ, ਤਾਂ ਇਹਨਾਂ ਨੇ ਇਹਨੂੰ ਇੰਡਸਟਰੀ ਸਮਝ ਲਿਆ, ਜਦ ਕਿ ਇਹ ਇੰਡਸਟਰੀ ਨਹੀਂ ਹੈ, ਇਹ ਤਾਂ ਵਿਦਿਆ ਦੇ ਮੰਦਰ ਨੇ। ਔਰ ਵਿਦਿਆ ਦੇ ਮੰਦਰਾਂ ਦੇ ਵਿੱਚੋਂ ਤੁਸੀਂ ਉਹ ਲੁੱਟਣਾ ਸ਼ੁਰੂ ਕਰ ਦਿੱਤਾ, ਠੀਕ ਹੈ ਨਾ। ਜਿੱਥੇ ਆਪਾਂ ਪੂਜਾ ਕਰਦੇ ਆ ਉੱਥੋਂ ਜਾ ਕੇ ਤੁਸੀਂ ਲੁੱਟ ਖਸੁੱਟ ਸ਼ੁਰੂ ਕਰ ਦਿੱਤੀ ਹੈ ਮੈਨੇਜਮੈਂਟਾਂ ਨੇ। ਮੈਨੇਜਮੈਂਟ ਕੰਮ ਨਹੀਂ ਚੱਲਣਾ, ਮੈਨੇਜਮੈਂਟ ਵਪਾਰੀ ਬਣ ਗਈ, ਮੈਨੇਜਮੈਂਟ ਵਪਾਰੀ ਬਣ ਗਈ। ਇਹਨਾਂ ਨੂੰ ਸੋਚਣ ਦੀ ਲੋੜ ਹੈ। ਇਹਨਾਂ 'ਚ ਅੱਜ ਇਹਨਾਂ ਮੈਨੇਜਮੈਂਟ ਫੈਡਰੇਸ਼ਨਸ ਦੇ ਵਿੱਚ ਰਿਟਾਇਰਡ ਕਾਲਜਾਂ ਦੇ ਪ੍ਰਿੰਸੀਪਲ ਵੀ ਬੈਠੇ ਨੇ, ਔਰ ਮੈਂ ਹੈਰਾਨ ਹੈ ਉਹ ਕੀ ਮੂੰਹ ਦੇ ਨਾਲ ਉੱਥੇ ਬਹਿੰਦੇ ਹੋਣਗੇ। ਭੁੱਲ ਗਏ ਆਪਣਾ ਸਮਾਂ ਉਹ
ਕਿ ਜਦੋਂ ਤੁਸੀਂ ਪ੍ਰੋਫੈਸਰ ਸੀਗੇ, ਤੁਸੀਂ ਪ੍ਰਿੰਸੀਪਲ ਸੀਗੇ ਤੇ ਕਿਹਨਾਂ ਇਸ਼ੂਜ਼ ਤੇ ਲੜਦੇ ਹੁੰਦੇ ਸੀਗੇ। ਅੱਜ ਤੁਸੀਂ ਸਿਰਫ ਉਸ ਕੁਰਸੀ ਦੀ ਖਾਤਰ ਤੁਸੀਂ ਪ੍ਰੋਫੈਸਰਾਂ ਨੂੰ ਤੰਗ ਕਰ ਰਹੇ ਹੋ, ਤੁਸੀਂ ਪ੍ਰੋਫੈਸਰਾਂ ਨੂੰ ਕਾਲਜਾਂ ਚੋਂ ਕੱਢ ਰਹੇ ਹੋ, ਤੁਸੀਂ ਗਲਤ ਨੀਤੀਆਂ ਬਣਾ ਰਹੇ ਹੋ। ਸੋ ਇਸ ਕਰਕੇ ਮੈਨੇਜਮੈਂਟਾਂ ਨੂੰ ਜਿਹੜਾ ਹੈਗਾ ਉਹ ਸੋਚਣਾ ਪਏਗਾ ਬਈ ਇਸ ਤਰ੍ਹਾਂ ਨਹੀਂ ਕੰਮ ਚੱਲਣਾ। ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਜੇ ਮੈਂ ਮੰਨਦਾ ਉਹ ਸਰਕਾਰ ਦੀ। ਬਿਲਕੁਲ, ਸਰਕਾਰ ਨੂੰ ਮੂਹਰੇ ਆ ਕੇ, ਸਰਕਾਰ ਨੂੰ ਸਾਰੀਆਂ ਧਿਰਾਂ ਨੂੰ ਬਿਠਾ ਕੇ ਸਰਕਾਰ ਨੂੰ ਪੈਸਾ ਵੀ ਕੱਢਣਾ ਪਏਗਾ, ਹਾਇਰ ਐਜੂਕੇਸ਼ਨ ਦਾ ਬਜਟ ਵੀ ਵਧਾਉਣਾ ਪਏਗਾ, ਸਕੂਲ ਐਜੂਕੇਸ਼ਨ ਦੇ ਨਾਲ ਹਾਇਰ ਐਜੂਕੇਸ਼ਨ ਨੂੰ ਵੀ ਤਰਜੀਹ ਦੇਣੀ ਪਏਗੀ। ਸੋ ਇਹ ਨਹੀਂ ਹੈਗਾ ਕਿ ਤੁਸੀਂ ਸਕੂਲ ਐਜੂਕੇਸ਼ਨ ਵੱਲ ਤਾਂ ਸਕੂਲਾਂ 'ਚ ਜਾ ਕੇ ਤੇ ਫੋਟੋਆਂ ਖਿਚਵਾ ਲਓ, ਲੇਕਿਨ ਹਾਇਰ ਐਜੂਕੇਸ਼ਨ 'ਚ ਤੁਹਾਡੇ ਕੋਲ ਫੋਟੋ ਖਿਚਵਾਉਣ ਦਾ ਵੀ ਟਾਈਮ ਹੈ ਨਹੀਂਗਾ। ਸੋ ਇਸ ਤਰ੍ਹਾਂ ਨਹੀਂ ਚੱਲੇਗਾ ਜੀ। ਘਈ ਸਾਹਿਬ ਧੰਨਵਾਦ ਤੁਹਾਡਾ। ਸੋ ਇਹ ਨੇ ਤਰਨ ਘਈ, ਜਿਹੜੇ ਐਸੋਸੀਏਸ਼ਨ ਆਫ ਅਨਐਡਡ ਕਾਲਜ ਐਸੋਸੀਏਸ਼ਨ ਦੇ ਸਪੋਕਸਮੈਨ ਨੇ, ਚਿੰਤਾ ਕਰਦੇ ਨੇ, ਨਾਲ ਹੀ ਸਰਕਾਰ ਨੂੰ ਇੱਕ ਡੋਜ਼ੀਅਰ ਦਿੰਦੇ ਨੇ 90 ਪੇਜ ਦਾ, ਜਿਹਦੇ ਵਿੱਚ ਬਹੁਤ ਸਾਰੀਆਂ ਉਣਤਾਈਆਂ ਹਾਇਰ ਐਜੂਕੇਸ਼ਨ ਦੇ ਵਿੱਚ ਹੈ। ਤੇ UGC ਨੂੰ ਵੀ ਬੇਨਤੀ ਕਰਦੇ ਆ, ਭਾਰਤ ਦੇ ਉਪ ਰਾਸ਼ਟਰਪਤੀ ਨੂੰ ਵੀ ਬੇਨਤੀ ਕਰਦੇ ਆ, ਤੇ ਪੰਜਾਬ ਦੇ ਰਾਜਪਾਲ ਤੋਂ ਵੀ ਆਸ ਰੱਖਦੇ ਆ, ਇਹਨਾਂ ਦੀ ਆਸ ਪੂਰੀ ਹੋਵੇ, ਇਸ ਤਰ੍ਹਾਂ ਦੀ ਅਰਦਾਸ। ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਤੁਹਾਡਾ ਆਪਣਾ, ਤੁਹਾਡੇ ਲਈ ਪ੍ਰਾਈਮ ਏਸ਼ੀਆ TV।